ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕਉ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਤ ਏਕ ਨ ਮਾਨਿਓ। ਸਿਮਰਤ ਸਾਸਤਰ ਵੇਦ ਸਭੈ, ਬਹੁ ਭੇਦ ਕਹੈ ਹਮ ਏਕ ਨ ਜਾਣਿਓ। ਸਿਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਸਿਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਸਗਲ ਦੁਆਰ ਕਉ ਛਾਡ ਕੈ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ। ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ। ਭਗਉਤੀ ਜੀ ਕਾ ਛੰਦ ਛੱਕਾ ਪਹਿਲਾ। ਨਮੋ ਉਗਰਦੰਤੀ ਅਨੰਤੀ ਸਵਈਆ, ਨਮੋ ਜੋਗ ਜੋਗੇਸ਼ਵਰੀ ਜੋਗਮੈਇਆ। ਨਮੋ ਉਗਰਦੰਤੀ ਅਨੰਤੀ ਸਵਈਆ, ਨਮੋ ਜੋਗ ਜੋਗੇਸ਼ਵਰੀ ਜੋਗਮੈਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਜੋ ਆਪ ਸਭ ਸੰਗਤਾਂ ਵੱਲੋਂ ਹੁਕਮ ਹੋਇਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਉਗਰਦੰਤੀ ਦੀ ਵਿਚਾਰ ਉਹ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਵੇ। ਖਾਲਸਾ ਜੀ, ਇਹ ਜੋ ਪਾਵਨ ਪਵਿੱਤਰ ਬਾਣੀ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਰਹਿਮਤ ਕਰਕੇ ਇਸ ਬਾਣੀ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਅਨੰਦਪੁਰ ਸਾਹਿਬ ਦੀ ਪਹਾੜੀਆਂ ਦੇ ਵਿੱਚ ਨੈਣਾ ਦੇ ਟਿੱਲੇ 'ਤੇ ਉਚਾਰਨ ਕੀਤਾ। ਅਤੇ ਪਿਆਰ ਵਾਲਿਓ, ਇਸ ਪਾਵਨ ਪਵਿੱਤਰ ਬਾਣੀ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਦੀ ਉਪਮਾ ਕੀਤੀ। ਅਕਾਲ ਪੁਰਖ ਵਾਹਿਗੁਰੂ ਦੀ ਉਪਮਾ ਕੀਤੀ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਉਪਮਾ ਕੀਤੀ ਅਤੇ ਅਕਾਲ ਪੁਰਖ ਵਾਹਿਗੁਰੂ ਤੋਂ ਵਰ ਮੰਗੇ ਕਿ ਸਕਲ ਜਗਤ ਮੋਹ ਖਾਲਸਾ ਪੰਥ ਗਾਜੈ। ਕਿਉਂਕਿ ਇਹ ਬਾਣੀ ਦਾ ਉਚਾਰਨ ਸਤਿਗੁਰੂ ਨੇ ਖਾਲਸਾ ਪੰਥ ਦੀ ਸਿਰਜਣਾ ਤੋਂ ਪਹਿਲਾਂ ਕੀਤਾ। ਹੁਣ ਵੇਖੋ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਜਾਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ, ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅੰਦਰ, ਸ਼੍ਰੀ ਸਰਬਲੋਕ ਗ੍ਰੰਥ ਸਾਹਿਬ ਜੀ ਦੇ ਅੰਦਰ ਜਦੋਂ ਵੀ ਬਾਣੀ ਪੜ੍ਹਾਂਗੇ ਤਾਂ ਇੱਕ ਗੱਲ ਬਾਰ-ਬਾਰ ਵੇਖਣ ਵਿੱਚ ਆਵੇਗੀ ਕਿ ਗੁਰੂ ਨੇ ਅਰਦਾਸ 'ਤੇ ਜ਼ੋਰ ਦਿੱਤਾ। ਅਰਦਾਸ ਕਰ, ਹਰ ਇੱਕ ਕਾਰਜ ਦੀ ਆਰੰਭਤਾ ਤੋਂ ਪਹਿਲਾਂ ਅਰਦਾਸ ਕਰ। ਦੋਏ ਘਰ ਜੋਰ ਕਰੋ ਅਰਦਾਸ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਖਲਈ ਕੀਚੈ ਅਰਦਾਸ। ਅਰਦਾਸ ਕਰ। ਨਮਸਕਾਰ ਸ੍ਰੀ ਖੜਗ ਕੋ ਕਰੋ ਸੁਹਿਤ ਚਿਤ ਲਾਏ, ਪੂਰਨ ਕਰੋ ਗ੍ਰੰਥ ਇਹੋ ਤੁਮ ਮੋਹਿ ਕਰੋ ਸਹਾਏ। ਅਰਦਾਸ ਕੀਤੀ ਕਲਗੀਧਰ ਜੀ ਨੇ ਗ੍ਰੰਥ ਦੀ ਆਰੰਭਤਾ ਤੋਂ ਪਹਿਲਾਂ ਵੀ ਕਿ ਜੇ ਤੂੰ ਸਹਾਇਤਾ ਕਰੇ ਤਾਂ ਇਹ ਗ੍ਰੰਥ ਸੰਪੂਰਨ ਹੋ ਸਕਦਾ ਹੈ। ਪਰਮਾਤਮਾ ਅੱਗੇ ਅਰਦਾਸ ਕੀਤੀ। ਹੁਣ ਪਾਤਸ਼ਾਹ ਨੇ ਤੀਸਰਾ ਪੰਥ ਪ੍ਰਗਟ ਕਰਨਾ ਹੈ, ਖਾਲਸਾ ਪੰਥ। ਸਕਲ ਜਗਤ ਮੋਹ ਖਾਲਸਾ ਪੰਥ ਗਾਜੈ। ਹੁਣ ਜਦੋਂ ਐਸਾ ਮਹਾਨ ਕਾਰਜ ਕਰਨ ਲੱਗੇ ਹਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ, ਅਤੇ ਮਹਾਰਾਜ ਨੇ ਵੀ ਪਹਿਲਾਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ। ਪਰ ਮੈਂ ਬੇਨਤੀ ਕਰਾਂ ਕਿ ਕਲਗੀਧਰ ਪਾਤਸ਼ਾਹ ਖੁਦ ਖੁਦਾ ਨੇ
ਸਤਿਗੁਰੂ ਤੇ ਸਾਡੇ ਲਈ ਪੂਰਨੇ ਪਾ ਰਹੇ ਨੇ। ਸਤਿਗੁਰੂ ਪ੍ਰੈਕਟੀਕਲ ਕਰ ਰਹੇ ਨੇ ਕਿ ਕਿਤੇ ਆਉਣ ਵਾਲੇ ਸਿੱਖਾਂ ਨੂੰ ਸਮਝ ਆ ਜਾਵੇ ਕਿ ਜੇ ਗੁਰੂ ਕਲਗੀਆਂ ਵਾਲਾ ਵੀ ਹਰ ਇੱਕ ਕਾਰਜ ਆਰੰਭ ਕਰਨ ਤੋਂ ਪਹਿਲਾਂ ਅਰਦਾਸ ਕਰਦਾ ਤੇ ਗੁਰੂ ਕਿਹਾ ਸਿੱਖਾ ਤੂੰ ਵੀ ਅਰਦਾਸ ਕਰ, ਤੂੰ ਵੀ ਹਰ ਇੱਕ ਕਾਰਜ ਦੀ ਆਰੰਭਤਾ ਤੋਂ ਪਹਿਲਾਂ ਉਹਦੇ ਗੀਤ ਗਾ, ਉਹਦੇ ਸੋਹਿਲੇ ਗਾ, ਉਸ ਪ੍ਰਮਾਤਮਾ ਦਾ ਜਸ ਗਾ। ਕਰੋ ਬੇਨਤੀ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਅੱਗੇ ਬੇਨਤੀ ਕਰ। ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ, ਉਹਦੇ ਅੱਗੇ ਬੇਨਤੀਆਂ ਕਰ, ਤਰਲੇ ਕਰ, ਅਰਦਾਸ ਕਰ। ਅਰਦਾਸ ਫਾਰਸੀ ਦੇ ਦੋ ਸ਼ਬਦਾਂ ਤੋਂ ਬਣਦਾ ਹੈ, ਅਰਜ਼ ਜਮਾ ਦਾਸਤ। ਅਰਜ਼ ਦਾ ਭਾਵ ਕਿ ਬੇਨਤੀ ਕੋਈ ਗੱਲ, ਤੇ ਦਾਸਤ ਦਾ ਭਾਵ ਕਿ ਰੱਖਣਾ। ਤੂੰ ਆਪਣੀ ਗੱਲ ਨੂੰ ਖੁਦਾ ਅੱਗੇ ਰੱਖ, ਆਪਣੀ ਦੁੱਖ ਤਕਲੀਫ ਨੂੰ ਖੁਦਾ ਅੱਗੇ ਰੱਖ। ਕੋਈ ਕਾਰਜ ਆਰੰਭ ਕਰਨਾ ਤੇ ਆਪਣੇ ਕਾਰਜ ਦੀ ਸੋਚ ਨੂੰ ਖੁਦਾ ਅੱਗੇ ਰੱਖ। ਮੈਂ ਇਹ ਕਾਰਜ ਆਰੰਭ ਕਰਨ ਜਾ ਰਿਹਾ, ਹੁਣ ਤੂੰ ਕਿਰਪਾ ਕਰੀ। ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੁਹਸ਼ੰਦਾ, ਤੁਧ ਸਭ ਕਿਛ ਮੈਨੋ ਸੌਂਪਿਆ ਜਾ ਤੇਰਾ ਬੰਦਾ। ਲਖਮੀ ਤੋਟ ਨਾ ਆਵਈ ਖਾਏ ਖਰਚ ਰਹੰਦਾ, ਲੱਖ 84 ਮੇਦਨੀ ਸਭ ਸੇਵ ਕਰੰਦਾ। ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ, ਲੇਖਾ ਕੋਏ ਨਾ ਪੁੱਛਈ ਜਾ ਹਰ ਬਖਸ਼ੰਦਾ। ਤੂੰ ਕਿਰਪਾ ਕਰ ਮੇਰੇ ਉੱਤੇ, ਮੈਂ ਕਾਰਜ ਆਰੰਭ ਕਰਨ ਲੱਗਾ। ਸੋ ਕਲਗੀਧਰ ਪਾਤਸ਼ਾਹ ਨੇ ਵੀ ਇਹ ਬਾਣੀ ਖਾਲਸੇ ਦੀ ਸਿਰਜਣਾ ਤੋਂ ਪਹਿਲਾਂ ਉਚਾਰੀ ਔਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਅੱਗੇ ਅਰਦਾਸ ਕਰਕੇ ਪਰਮਾਤਮਾ ਤੋਂ ਵਰ ਮੰਗੇ ਕਿ ਕਰਹੂੰ ਖਾਲਸਾ ਪੰਥ ਤੀਸਰ ਪਰਵੇਸਾ, ਜਗੇ ਸਿੰਘ ਜੋਧੇ ਧਰੇ ਨੀਲ ਪੇਸਾ। ਤੇ ਪਿਆਰ ਵਾਲਿਓ, ਪੁਰਾਤਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਅੰਦਰ ਇਹ ਬਾਣੀ ਪਾਵਨ ਪਵਿੱਤਰ ਬਾਣੀ ਦਰਜ ਵੀ ਹੈ। ਭਾਵੇਂ ਪਟਨਾ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼੍ਰੀ ਦਸਮ ਦਰਬਾਰ ਦੇ ਸਰੂਪ ਨੇ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਕੋਲ ਜੋ ਦਸਮ ਦਰਬਾਰ ਦੇ ਔਰ ਜੋ ਪੁਰਾਤਨ ਹੱਥ ਲਿਖਤ ਨਿਤਨੇਮ ਦੀਆਂ ਪੋਥੀਆਂ, ਉਹਨਾਂ ਵਿੱਚ ਵੀ ਬਾਣੀ ਦਰਜ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਿਤਨੇਮ ਵਾਲੀ ਜੋ ਪੋਥੀ ਹੈ, ਉਸ ਵਿੱਚ ਵੀ ਇਹ ਬਾਣੀ ਦਰਜ ਹੈ। ਤੇ ਪਿਆਰ ਵਾਲਿਓ, ਇਸ ਬਾਣੀ ਦੇ ਜੋ ਸਿਰਲੇਖ ਆਏ ਨੇ ਉਹ ਨੇ ਭਗਉਤੀ ਜੀ ਕਾ ਛੰਦ। ਵੇਖੋ, ਜਿਵੇਂ ਜਪਜੀ ਸਾਹਿਬ ਦਾ ਸਿਰਲੇਖ ਪੁਰਾਤਨ ਸਰੂਪਾਂ ਦੇ ਵਿੱਚ ਜਪ ਨਿਸ਼ਾਨ ਹੈ, ਪਰ ਹੁਣ ਪ੍ਰਚਲਿਤ ਜਪਜੀ ਸਾਹਿਬ ਹੈ। ਇਸੇ ਤਰ੍ਹਾਂ ਇਸ ਬਾਣੀ ਦਾ ਸਿਰਲੇਖ ਵੀ ਪ੍ਰਚਲਿਤ ਉਗਰਦੰਤੀ ਹੋ ਗਿਆ ਹੈ, ਪਰ ਪੁਰਾਤਨ ਸਰੂਪਾਂ ਦੇ ਵਿੱਚ ਇਸ ਦਾ ਸਿਰਲੇਖ ਭਗਉਤੀ ਜੀ ਕਾ ਛੰਦ ਆਇਆ ਹੈ। ਸੋ ਪਿਆਰ ਵਾਲਿਓ, ਇਸ ਪਾਵਨ ਪਵਿੱਤਰ ਬਾਣੀ ਦੀ ਜੋ ਵਿਚਾਰ ਹੈ, ਉਸ ਵਿਚਾਰ ਨੂੰ ਸਮਝ ਉਹੀ ਸਕਦਾ ਜਿਹੜਾ ਗੁਰੂ ਦੇ ਕੋਲ ਛੱਜੂ ਝੀਵਰ ਬਣ ਕੇ ਬੈਠੇ। ਜਿਹੜਾ ਤੇ ਛੱਜੂ ਝੀਵਰ ਬਣ ਕੇ ਗੁਰੂ ਦੀ ਗੋਦ ਵਿੱਚ ਬੈਠੇਗਾ ਤੇ ਗੁਰੂ ਪਾਤਸ਼ਾਹ ਉਹਦੇ ਸੀਸ ਤੇ ਮਿਹਰ ਭਰੀ ਛੜੀ ਜ਼ਰੂਰ ਲਾਉਣਗੇ, ਪਰ ਜਿਹੜਾ ਹੰਕਾਰੀ ਪੰਡਤ ਬਣ ਕੇ ਬੈਠ ਗਿਆ ਤੇ ਪੜ੍ਹੇ ਪੜ੍ਹਾਏ ਗ੍ਰੰਥ ਵੀ ਵਿਅਰਥ ਹੋ ਜਾਣਗੇ। ਇੱਥੇ ਵਿਦਵਤਾ ਨਹੀਂ ਚੱਲਣੀ। ਇੱਥੇ ਤੇ ਸਿੱਖ ਬਣ ਕੇ ਜੇ ਗੁਰੂ ਦੀ ਬਾਣੀ ਨੂੰ ਪੜ੍ਹਨ ਦੀ ਕੋਸ਼ਿਸ਼ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ, ਤੇ ਸੱਚ ਹੈ ਕੱਲਾ ਕੱਲਾ ਅੱਖਰ ਹੀ ਬ੍ਰਹਮ ਦਾ ਗਿਆਨ ਪ੍ਰਤੀਤ ਹੋਵੇਗਾ। ਤੇ ਸੱਚ ਹੈ ਕਿ ਗੁਰੂ ਕੇ ਖਾਲਸੇ ਨੂੰ ਆਪਣੇ ਪਿਤਾ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਦੇ ਉੱਤੇ ਐਸਾ ਭਰੋਸਾ ਹੈ, ਐਸਾ ਵਿਸ਼ਵਾਸ ਹੈ ਕਿ ਇਸ ਪਾਵਨ ਪਵਿੱਤਰ ਬਾਣੀ ਦਾ ਕੱਲਾ ਕੱਲਾ ਅੱਖਰ ਹੀ ਬ੍ਰਹਮ ਦਾ ਗਿਆਨ ਪ੍ਰਤੀਤ ਹੁੰਦਾ ਹੈ। ਸੋ ਪਿਆਰਿਓ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਦੀ ਆਰੰਭਤਾ ਕਰਦੇ ਨੇ। ਮਹਾਰਾਜ ਬਚਨ ਕਰਦੇ ਨੇ, ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਾਣੀ ਦੀ ਆਰੰਭਤਾ ਤੋਂ ਪਹਿਲਾਂ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਮੰਗਲ ਕੀਤਾ ਹੈ ਜੋ ਇੱਕ ਹੈ। ਓੰਕਾਰ ਦੀ ਧੁਨੀ ਦੇ ਵਿੱਚ ਕਣ ਕਣ ਦੇ ਵਿੱਚ ਰਮਿਆ ਹੋਇਆ ਹੈ। ਸ੍ਰੀ ਤੋਂ ਭਾਵ ਸਤਿਕਾਰਯੋਗ ਹੈ। ਸਤਿਕਾਰਯੋਗ ਭਾਵ ਸਭ ਤੋਂ ਵੱਡਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਭ ਤੇ ਵੱਡਾ, ਸਤਿ ਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡਾ ਅਕਾਲ ਪੁਰਖ ਵਾਹਿਗੁਰੂ ਹੈ। ਸੰਸਾਰ ਦੇ ਤਖਤੇ ਤੇ ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਸੋ ਉਹ ਅਕਾਲ ਪੁਰਖ ਵਾਹਿਗੁਰੂ ਜੋ ਇੱਕ ਹੈ, ਕਣ ਕਣ ਦੇ ਵਿੱਚ ਰਮਿਆ ਹੋਇਆ ਹੈ। ਵਾਹਿਗੁਰੂ ਤੋਂ ਭਾਵ ਅਚਰਜ ਸਰੂਪ ਹੈ। ਸਾਡੇ ਅੰਦਰ ਦੇ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ, ਗੋ ਰੂਪੀ ਹਨੇਰੇ ਨੂੰ ਦੂਰ ਕਰਕੇ ਰੂਹ ਰੂਪੀ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸਦਾ ਹੀ ਫਤਿਹ ਹੈ, ਸਦਾ ਹੀ ਜੈ ਹੈ। ਕੋਈ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਿੱਤ ਨਹੀਂ ਸਕਦਾ, ਪਰ ਵਾਹਿਗੁਰੂ ਦੀ ਸਾਰਿਆਂ ਉੱਤੇ ਹੀ ਜਿੱਤ ਹੈ। ਅੱਗੇ ਬਚਨ ਹੈ, ਸ਼੍ਰੀ ਭਗਉਤੀ ਜੀ ਸਹਾਏ। ਖਾਲਸਾ ਜੀ, ਸ਼੍ਰੀ ਭਗਉਤੀ ਜੀ ਸਹਾਏ ਸਤਿਗੁਰੂ ਨੇ ਸ਼ਬਦ ਵਰਤੇ ਨੇ। ਭਗਉਤੀ ਦਾ ਭਾਵ ਕੀ ਹੈ? ਕੁਝ ਅਣਜਾਣ ਲੋਕ
ਇਸ ਨੂੰ ਦੇਵੀ ਨਾਲ ਜੋੜ ਦਿੰਦੇ ਨੇ ਜੀ। ਸਤਿਗੁਰੂ ਨੇ ਭਗਉਤੀ ਸ਼ਬਦ ਦੇਵੀ ਲਈ ਵਰਤਿਆ, ਪਰ ਨਹੀਂ। ਭਗਉਤੀ ਸ਼ਬਦ ਦੇ ਅਰਥ ਜਿਹੜੇ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਕੀਤੇ ਨੇ, ਉਹਨਾਂ ਨੂੰ ਵਾਚਣ ਦੀ ਲੋੜ ਹੈ। ਕਲਗੀਧਰ ਪਾਤਸ਼ਾਹ ਸੰਸਾਰ ਦੇ ਵਿੱਚ ਦੇਵੀ ਦੀ ਨਹੀਂ ਬਲਕਿ ਦੇਵੀ ਨੂੰ ਬਣਾਉਣ ਵਾਲੇ ਉਸ ਨਿਰੰਕਾਰ ਦੀ ਪੂਜਾ ਕਰਦੇ ਨੇ, ਨਿਰੰਕਾਰ ਦੀ ਸਹਾਇਤਾ ਮੰਗਦੇ ਨੇ। ਭਗਉਤੀ ਦਾ ਭਾਵ ਭਾਈ ਕਾਹਨ ਸਿੰਘ ਨਾਭਾ ਲਿਖਦੇ ਨੇ ਕਿ ਭਗਉਤੀ ਦਾ ਅਰਥ ਇੱਕ ਤਾਂ ਇਹ ਹੈ ਕਿ ਜਿਹੜਾ ਭਗਵਾਨ ਦੀ ਭਗਤੀ ਕਰਦਾ ਏ, ਭਗਤ ਦਾ ਅਰਥ ਭਗਉਤੀ ਬਣਦਾ ਹੈ। ਭਗਵਾਨ ਦੀ ਭਗਤੀ ਕਰਨ ਵਾਲੇ ਭਗਤ ਨੂੰ ਵੀ ਭਗਉਤੀ ਕਿਹਾ ਗਿਆ। ਜਿਹੜਾ ਕਰਤਾਰ ਦੀ ਉਪਾਸਨਾ ਕਰਦਾ, ਨਿਰੰਕਾਰ ਪਰਮਾਤਮਾ ਦੀ ਉਪਾਸਨਾ ਕਰਦਾ। ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਬਚਨ ਆਉਂਦੇ ਨੇ, ਸੋ ਭਗਉਤੀ ਜੋ ਭਗਵੰਤੈ ਜਾਣੈ, ਗੁਰ ਪ੍ਰਸਾਦੀ ਆਪ ਪਛਾਣੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਪਛਾਣ ਕੇ ਭਗਤੀ ਕਰ ਲੈਣਾ, ਪਰਮਾਤਮਾ ਨੂੰ ਜਾਣ ਕੇ ਭਗਤੀ ਕਰ ਲੈਣਾ। ਤੇ ਦੂਸਰਾ ਅਰਥ ਇਹਦਾ ਇਹ ਵੀ ਲਿਖਿਆ ਕਿ ਭਗਉਤੀ ਸ਼ਬਦ ਕਿਰਪਾਨ ਦਾ ਵੀ ਜਿਹੜਾ ਕਿ ਵਾਚਕ ਹੈ, ਕਿਰਪਾਨ ਨੂੰ ਵੀ ਭਗਉਤੀ ਕਿਹਾ ਗਿਆ ਮਹਾਰਾਜ ਨੇ। ਭਗਉਤੀ ਸ਼ਬਦ ਕਿਰਪਾਨ ਲਈ ਵੀ ਵਰਤਿਆ ਹੈ। ਜਿਵੇਂ ਚੰਡੀ ਦੀ ਵਾਰ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਲਈ ਭਗਉਤੀ ਦੁਰਗ ਸਾਹਿਬ ਰਜਾਗਣ ਭਾਰੀ, ਲਾਈ ਰਾਜੇ ਸੁੰਭ ਨੂੰ ਰਤ ਪੀਐ ਪਿਆਰੀ। ਕਿ ਚੰਡੀ ਨੇ ਹੱਥ ਵਿੱਚ ਭਗਉਤੀ ਪਕੜ ਲਈ ਹੈ। ਤੇ ਪਿਆਰ ਵਾਲਿਓ, ਤੀਸਰਾ ਅਰਥ ਭਾਈ ਕਾਹਨ ਸਿੰਘ ਨਾਭਾ ਨੇ ਭਗਉਤੀ ਦਾ ਕੀਤਾ ਹੈ ਪਰਮਾਤਮਾ, ਨਿਰੰਕਾਰ, ਅਕਾਲ ਪੁਰਖ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਵੀ ਪਰਮਾਤਮਾ ਲਈ ਭਗਉਤੀ ਸ਼ਬਦ ਵਰਤਿਆ ਭਗਤ ਸਾਹਿਬ ਭਗਤ ਰਵਿਦਾਸ ਜੀ ਨੇ। ਉਹ ਲਿਖਦੇ ਨੇ, ਤਰਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰੰ, ਭਗਤ ਭਾਗਵਤ ਲਿਖੀਐ ਤੇ ਊਪਰੇ, ਪੂਜੀਐ ਕਰ ਨਮਸਕਾਰੰ। ਭਗਤ ਸਾਹਿਬ ਨੇ ਸ਼ਬਦ ਵਰਤੇ, ਤਰਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰੰ, ਭਗਤ ਭਾਗਵਤ ਲਿਖੀਐ ਤੇ ਊਪਰੇ, ਪੂਜੀਐ ਕਰ ਨਮਸਕਾਰੰ। ਭਗਉਤ ਸ਼ਬਦ, ਭਗਉਤੀ ਸ਼ਬਦ ਪਰਮਾਤਮਾ ਲਈ ਭਗਤ ਰਵਿਦਾਸ ਜੀ ਵਰਤਦੇ ਨੇ। ਤੇ ਅਰਦਾਸ ਦੇ ਵਿੱਚ ਵੀ ਆਪਾਂ ਸਾਰੇ ਰੋਜ਼ਾਨਾ ਪੜ੍ਹਦੇ ਹਾਂ ਕਿ ਪ੍ਰਿਥਮ ਭਗਉਤੀ ਸਿਮਰ ਕੈ। ਗੁਰੂ ਨਾਨਕ ਲਈ ਧਿਆਏ ਕਿ ਪ੍ਰਿਥਮ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਿਆ, ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਚੇਤੇ ਕੀਤਾ ਕਿ ਅਕਾਲ ਦੇ ਪੁਜਾਰੀ ਸਤਿਗੁਰੂ ਨੇ ਬਣਾਇਆ। ਸੋ ਇੱਥੇ ਵੀ ਵਾਚਕ ਇਹੀ ਹੈ ਕਿ ਭਗਉਤੀ ਜੀ ਸਹਾਏ। ਅਕਾਲ ਪੁਰਖ ਵਾਹਿਗੁਰੂ ਜੀ ਦੀ ਹਰ ਜਗ੍ਹਾ ਫਤਿਹ ਹੈ। ਉਹ ਸਦਾ ਹੀ ਆਪਣੇ ਸੇਵਕਾਂ ਦੀ ਸਹਾਇਤਾ ਕਰਦਾ ਹੈ। ਅੱਗੇ ਬਚਨ ਹੈ, ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ। ਇਸ ਤੋਂ ਭਾਵ ਸਪਸ਼ਟ ਹੁੰਦਾ ਹੈ ਕਿ ਪਾਵਨ ਪਵਿੱਤਰ ਬਾਣੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੈ। ਭਗਉਤੀ ਜੀ ਕਾ ਛੰਦ ਛੱਕਾ ਪਹਿਲਾ। ਪਿਆਰ ਵਾਲਿਓ, ਦੇ 6 ਛੰਦ ਨੇ, 22 ਪੌੜੀਆਂ ਇੱਕ ਇੱਕ ਛੰਦ ਦੇ ਵਿੱਚ ਹਨ। ਸੋ ਪਹਿਲੇ ਛੰਦ ਦੀ ਆਰੰਭਤਾ ਹੁੰਦੀ ਹੈ ਤੇ ਸਤਿਗੁਰੂ ਸ਼ਬਦ ਵਰਤਦੇ ਨੇ, ਨਮੋ ਉਗਰ ਦੰਤੀ ਅਨੰਤੀ ਸਵਈਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਵਰਤੇ ਕਿ ਨਮਸਕਾਰ ਹੈ ਉਗਰਦੰਤੀ ਨੂੰ। ਉਗਰਦੰਤੀ ਦਾ ਜਿਹੜਾ ਅਰਥ ਇਹ ਵੀ ਕੀਤਾ ਜਾਂਦਾ ਹੈ ਕਿ ਭੈੜੇ ਦੰਦਾਂ ਵਾਲੀ। ਉਗਰ ਦਾ ਭਾਵ ਭੈੜੇ ਤੇ ਦੰਤ ਦਾ ਭਾਵ ਦੰਦ ਕੀਤਾ ਜਾਂਦਾ ਕਿ ਭੈੜੇ ਦੰਦਾਂ ਵਾਲੀ। ਸੋ ਪਿਆਰ ਵਾਲਿਓ, ਜਿੱਥੇ ਪਰਮਾਤਮਾ ਦਾ ਵਿਰਾਟ ਸਰੂਪ ਹੈ ਉੱਥੇ ਪਰਮਾਤਮਾ ਦੇ ਭਗਤਾਂ ਲਈ ਪਰਮਾਤਮਾ ਦਾ ਇੱਕ ਪ੍ਰੇਮ ਸਰੂਪ ਵੀ ਹੈ। ਜਿੱਥੇ ਉਹ ਪ੍ਰੇਮ ਵਾਲਾ ਰੂਪ ਵਿਖਾਉਂਦਾ ਭਗਤਾਂ ਨੂੰ, ਉੱਥੇ ਉਹਨੇ ਹਰਨਾਕਸ ਨੂੰ ਮਾਰਨ ਦੇ ਲਈ ਨਰਸਿੰਘ ਦਾ ਅਵਤਾਰ ਵੀ ਧਾਰਿਆ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਸੋ ਖਾਲਸਾ ਜੀ, ਉਗਰਦੰਤੀ ਦਾ ਇੱਕ ਅਰਥ ਇਹ ਵੀ ਕੀਤਾ ਜਾਂਦਾ ਹੈ, ਪਰ ਉਗਰਦੰਤੀ ਦਾ ਅਰਥ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਵੇਖੀਏ ਤੇ ਇਹ ਵੀ ਅਰਥ ਸਾਹਮਣੇ ਆਵੇਗਾ ਕਿ ਭੈੜੇ ਪਾਪਾਂ ਨੂੰ ਦਲਣ ਵਾਲੀ ਪਰਮਾਤਮਾ ਦੀ ਆਦਿ ਸ਼ਕਤੀ, ਜਿਹੜੇ ਸਾਡੇ ਕੀਤੇ ਹੋਏ ਭੈੜੇ ਪਾਪਾਂ ਨੂੰ, ਭੈੜੇ ਕਰਮਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਬਚਨ ਆਉਂਦਾ ਹੈ, ਆਨ ਆਨ ਸਮਦਾ ਬਹੁ ਕੀਨੀ, ਪਲ ਬੈ ਸੰਤਰ ਭਸਮ ਕਰੀਜੈ, ਮਹਾ ਉਗਰ ਪਾਪ ਸਾਕਤ ਨਰ ਕੀਨੇ, ਮਿਲ ਸਾਧੂ ਲੂਕੀ ਦੀਜੈ। ਮਿਲ ਸਾਧੂ ਲੂਕੀ ਦੀਜੈ ਕਿ ਜਿਹੜੇ ਮਹਾ ਉਗਰ ਪਾਪ, ਭੈੜੇ ਪਾਪ ਬੰਦਾ ਕਰਦਾ, ਸਤ ਸੰਗਤ ਦੀ ਕਿਰਪਾ ਦੁਆਰਾ ਉਹ ਖਤਮ ਹੋ ਜਾਂਦੇ ਨੇ।
ਸੋ ਸਤਿਗੁਰੂ ਨੇ ਵੀ ਕਿਹਾ ਨਮੋ ਉਗਰਦੰਤੀ, ਨਮਸਕਾਰ ਹੈ ਵਾਹਿਗੁਰੂ ਤੇਰੀ ਉਸ ਸ਼ਕਤੀ ਨੂੰ ਜਿਹੜਾ ਸੰਸਾਰ ਦੇ ਮਨੁੱਖਾਂ ਦੇ ਭੈੜੇ ਪਾਪਾਂ ਨੂੰ ਸਾੜ ਕੇ ਸਵਾਹ ਕਰ ਦਿੰਦਾ ਹੈ। ਉਗਰਦੰਤੀ ਦਾ ਭਾਵ ਭੈੜੇ ਪਾਪਾਂ ਨੂੰ ਦਲਣ ਵਾਲੀ ਸ਼ਕਤੀ। ਅਕਾਲ ਪੁਰਖ ਵਾਹਿਗੁਰੂ ਦੀ ਅਨੰਤੀ, ਅਨੰਤੀ ਜਿਹਦਾ ਕੋਈ ਅੰਤ ਹੀ ਨਹੀਂ। ਅਤੇ ਸੰਸਾਰ ਦੇ ਵਿੱਚ ਹਰ ਇੱਕ ਬੰਦਾ ਜਾਣਦਾ ਹੈ ਕਿ ਸੰਸਾਰ 'ਚ ਹਰ ਇੱਕ ਚੀਜ਼ ਦਾ ਅੰਤ ਹੈ। ਜੇ ਅੰਤ ਕਿਸੇ ਦਾ ਨਹੀਂ ਪਾਇਆ ਜਾ ਸਕਦਾ ਤੇ ਕੇਵਲ ਪਰਮਾਤਮਾ ਦਾ ਨਹੀਂ ਪਾਇਆ ਜਾ ਸਕਦਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਬਚਨ ਆਏ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਕਿ ਤੂੰ ਇੱਕ ਦੇ ਗੁਣ ਗਾ ਜਿਹੜਾ ਅਨੰਤ ਹੈ। ਉਸੇ ਅਨੰਤ ਨੂੰ ਇੱਥੇ ਮਹਾਰਾਜ ਨੇ ਕਿਹਾ ਅਨੰਤੀ, ਨਮੋ ਉਗਰਦੰਤੀ ਅਨੰਤੀ ਸਵਈਆ। ਅੱਗੇ ਬਚਨ ਵਰਤੇ ਨਮੋ ਜੋਗ ਜੋਗੇਸ਼ਵਰੀ ਜੋਗ ਮੈਇਆ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਆਦ ਸ਼ਕਤੀ ਨੂੰ ਨਮਸਕਾਰ ਕੀਤੀ ਹੈ ਕਿ ਹੇ ਵਾਹਿਗੁਰੂ ਨਮਸਕਾਰ ਹੈ ਤੇਰੀ ਉਸ ਸ਼ਕਤੀ ਨੂੰ ਜੋ ਵੱਡੇ ਵੱਡੇ ਜੋਗੀਆਂ ਨੂੰ ਜੋਗ ਕਮਾਉਣ ਦੀ ਤਾਕਤ ਬਖਸ਼ਦੀ ਹੈ। ਕਿਉਂਕਿ ਪਿਆਰ ਵਾਲਿਓ ਪੁਰਾਣੇ ਸਮੇਂ 'ਚ ਭੁਲੇਖੇ ਬਣ ਗਏ ਕਿ ਜਿਹੜੇ ਜੋਗ ਮਤ ਦੇ ਜੋਗੀ ਨੇ, ਜਿਹੜੇ ਜੋਗ ਕਮਾਉਂਦੇ ਨੇ, ਲੋਕ ਉਹਨਾਂ ਨੂੰ ਬਹੁਤ ਬਲਵਾਨ ਸਮਝਦੇ ਸਨ ਕਿ ਇਹ ਜੋਗ ਕਮਾ ਰਹੇ ਨੇ। ਆਪਣੇ ਸਰੀਰ ਦੀਆਂ ਇੰਦਰੀਆਂ ਨੂੰ ਰੋਕ ਕੇ ਸਰੀਰ ਦੀ ਤਾਕਤ ਨੂੰ ਇਹਨਾਂ ਨੇ ਇਕੱਤਰਿਤ ਕਰ ਲਿਆ। ਪਰ ਸਤਿਗੁਰੂ ਨੇ ਕਿਹਾ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਐਸੀ ਤਾਕਤ ਦਾ ਮਾਲਕ ਹੈ ਜਿਹਦੀ ਤਾਕਤ ਦੇ ਵਿੱਚ ਇੱਕ ਕਲਾ ਹੈ ਕਿ ਉਹ ਜੋਗ ਕਮਾ ਰਹੇ ਜੋਗੀਆਂ ਨੂੰ ਵੀ ਜੋਗ ਕਮਾਉਣ ਦੀ ਤਾਕਤ ਬਖਸ਼ ਦਿੰਦੀ ਹੈ। ਜੋਗੀਆਂ ਨੂੰ ਵੀ ਜੋਗ ਸ਼ਕਤੀ ਦਾ ਗੁਮਾਨ ਹੋ ਗਿਆ ਤੇ ਮਹਾਰਾਜ ਕਹਿੰਦੇ ਵੀ ਗੁਮਾਨ ਨਾ ਕਰੋ, ਹੰਕਾਰ ਨਾ ਕਰੋ ਜੋਗੀਓ, ਤੁਹਾਨੂੰ ਵੀ ਤਾਕਤ ਉਸੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸ਼ਕਤੀ ਨੇ ਦਿੱਤੀ ਹੈ, ਤਾਂ ਹੀ ਤੁਸੀਂ ਜੋਗ ਕਮਾ ਰਹੇ ਹੋ। ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਬਚਨ ਆਉਂਦੇ ਨੇ, ਜੋਗੀਸਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ, ਕਿ ਜੋਗੀਸ਼ਵਰ ਵੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਨਹੀਂ ਪਾ ਸਕੇ। ਕਿਉਂ? ਹੰਕਾਰ ਹੋ ਗਿਆ ਜੋਗ ਮਤ ਦਾ। ਪਰ ਮਹਾਰਾਜ ਕਹਿੰਦੇ ਨਮੋ ਜੋਗ ਜੋਗੇਸ਼ਵਰੀ ਜੋਗ ਮੈਇਆ, ਕਿ ਹੇ ਅਕਾਲ ਪੁਰਖ ਵਾਹਿਗੁਰੂ ਨਮਸਕਾਰ ਹੈ ਤੇਰੀ ਉਸ ਸ਼ਕਤੀ ਨੂੰ ਜਿਹੜੀ ਜੋਗੀਆਂ ਨੂੰ ਵੀ ਜੋਗ ਕਮਾਉਣ ਦੀ ਤਾਕਤ ਬਖਸ਼ ਰਹੀ ਹੈ। ਔਰ ਅੱਗੇ ਬਚਨ ਕੀਤੇ ਨੇ ਨਮੋ ਕੇ ਹਰੀ ਬਾਹਨੀ ਸਤਰਹੰਤੀ, ਪਰਮਾਤਮਾ ਦੀ ਉਸ ਤਾਕਤ ਨੂੰ, ਉਸ ਸ਼ਕਤੀ ਨੂੰ ਨਮਸਕਾਰ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿਹੜੀ ਤਾਕਤ ਅਕਾਲ ਪੁਰਖ ਵਾਹਿਗੁਰੂ ਦੀ ਸ਼ੇਰ 'ਤੇ ਸਵਾਰ ਹੋ ਕੇ ਲੱਖਾਂ ਦੁਸ਼ਟਾਂ ਨੂੰ ਮਾਰ ਮਕਾਉਂਦੀ ਹੈ। ਵੇਖੋ ਸ਼ੇਰ 'ਤੇ ਸਵਾਰ ਹੋ ਕੇ ਦੁਰਗਾ ਨੇ ਕਿਤਨੇ ਹੀ ਦੈਂਤਾਂ ਦਾ ਨਾਸ਼ ਕੀਤਾ ਤੇ ਸੰਸਾਰ ਦੇ ਵਿੱਚ ਲੋਕ ਉਸ ਦੀ ਪੂਜਾ ਕਰਨ ਲੱਗ ਪਏ, ਪਰ ਉਸ ਨੂੰ ਬਣਾਉਣ ਵਾਲੇ ਅਕਾਲ ਦੀ ਪੂਜਾ ਨੂੰ ਛੱਡ ਦਿੱਤਾ। ਤੇ ਚੰਡੀ ਦੀ ਵਾਰ 'ਚ ਮਹਾਰਾਜ ਨੇ ਕਿਹਾ ਵੀ ਦੁਰਗਾ ਤੱਕ ਸੀਮਤ ਰਹਿ ਚੁੱਕੇ ਹੋ, ਪਰ ਜਿਹਨੇ ਦੁਰਗਾ ਨੂੰ ਬਣਾਇਆ ਜਰਾ ਉਸ ਅਕਾਲ ਦੇ ਨਾਲ ਜੁੜੋ, ਅਕਾਲ ਦੀ ਪੂਜਾ ਕਰੋ। ਪੂਜੋ ਰਾਮ ਏਕ ਹੀ ਦੇਵਾ, ਉਸ ਇੱਕ ਅਕਾਲ ਦੀ ਪੂਜਾ ਕਰੋ। ਤੇ ਮਹਾਰਾਜ ਨੇ ਕਿਹਾ ਤੈ ਹੀ ਦੁਰਗਾ ਸਾਜ ਕੈ ਦੈਤਾਂ ਦਾ ਨਾਸ ਕਰਾਇਆ, ਕਿ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਹੀ ਦੁਰਗਾ ਨੂੰ ਸਾਜਿਆ ਤੇ ਤੂੰ ਹੀ ਦੁਰਗਾ ਨੂੰ ਸਾਜ ਕਰਕੇ ਦੁਰਗਾ ਦੇ ਰੂਪ ਦੇ ਵਿੱਚ ਵਰਤ ਕੇ ਦੈਤਾਂ ਦਾ ਨਾਸ ਕਰ ਦਿੱਤਾ, ਦਾਨਵਾਂ ਦਾ ਨਾਸ ਕਰ ਦਿੱਤਾ। ਨਮੋ ਕੇਹਰੀ ਬਾਹਣੀ ਸਤਰਹੰਤੀ, ਹੇ ਅਕਾਲ ਪੁਰਖ ਵਾਹਿਗੁਰੂ ਤੇਰੀ ਉਸ ਸ਼ਕਤੀ ਨੂੰ ਨਮਸਕਾਰ ਹੈ ਜਿਹਨੇ ਸ਼ੇਰ 'ਤੇ ਸਵਾਰ ਹੋ ਕੇ ਲੱਖਾਂ ਹੀ ਦੈਂਤਾਂ ਦਾ ਨਾਸ ਕੀਤਾ। ਤੇ ਕਈ ਕਹਿਣਗੇ ਵੀ ਦੁਰਗਾ ਸ਼ਬਦ ਆ ਗਿਆ। ਜਦੋਂ ਇਸ ਤਰ੍ਹਾਂ ਦੇ ਸ਼ਬਦ ਆਉਂਦੇ ਨਾ ਸਾਡਾ ਹਿਰਦਾ ਸੁੰਗੜ ਜਾਂਦਾ, ਅਸੀਂ ਆਪਣੇ ਮਾਈਂਡ ਨੂੰ ਸ਼ਰਿੰਕ ਕਰ ਲੈਂਦੇ ਹਾਂ। ਪਿਆਰ ਵਾਲਿਓ ਮੈਂ ਬੇਨਤੀ ਕਰਾਂ ਕਿ ਜੇ ਤੇ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਨੂੰ ਸਮਝਣਾ ਫਿਰ ਤੇ ਇਹ ਅਵਸਥਾ ਬਣਾ ਕੇ ਸਮਝੀਏ ਕਿ ਸਰਬ ਕਾਲ ਸਰਬ ਠੌਰ ਏਕ ਸੇ ਲਗਤ ਹੋ। ਫਿਰ ਇਹ ਸਮਝੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਕਿ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਇੱਥੇ ਤੇ ਪੱਥਰ ਵਿੱਚ ਵੀ ਉਹਦੀ ਜੋਤ ਵਰਤਦੀ ਹੈ, ਅਕਾਲ ਪੁਰਖ ਦੀ ਜੋਤ ਵਰਤਦੀ ਹੈ। ਤੇ ਦੁਰਗਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਵੀ ਵਰਤਿਆ। ਬਾਣੀ ਦੇ ਵਿੱਚ ਫਰਮਾਨ ਹੈ ਕਿ ਦੁਰਗਾ ਕੋਟ ਜਾ ਕੇ ਮਰਦਨ ਕਰੈ, ਕਿ ਕਿਤਨੀਆਂ ਹੀ ਦੁਰਗਾ ਕਰੋੜਾਂ ਵਾਰੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾ ਕੇ ਨਮਸਕਾਰਾਂ ਕਰਦੀਆਂ ਨੇ। ਐਸੀ ਤਾਕਤ ਰੱਖਦਾ ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ। ਤੇ ਇਸੇ ਕਰਕੇ ਪਰਮਾਤਮਾ ਨੂੰ ਨਮਸਕਾਰ ਕੀਤੀ। ਅੱਗੇ ਸ਼ਬਦ ਵਰਤੇ ਨਮੋ ਸਾਰਦਾ ਬ੍ਰਹਮ ਵਿਦਿਆ ਪੜ੍ਹੰਤੀ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਉਸ ਸ਼ਕਤੀ ਨੂੰ, ਉਸ ਤਾਕਤ ਨੂੰ ਨਮਸਕਾਰ ਕੀਤੀ
ਜੋ ਕਿਤੇ ਸਾਰਦਾ ਦੇ ਰੂਪ ਦੇ ਵਿੱਚ ਭਾਵ ਸਰਸਵਤੀ ਦੇ ਰੂਪ ਦੇ ਵਿੱਚ ਹੋ ਕਰਕੇ ਆਪਣੇ ਸੇਵਕਾਂ ਨੂੰ ਬ੍ਰਹਮ ਵਿਦਿਆ ਦੇ ਰਹੀ ਹੈ। ਪਿਆਰ ਵਾਲੇ ਪੁਰਾਤਨ ਸਮੇਂ ਦੇ ਵਿੱਚ ਜਿਹੜੇ ਛਤਰੀ ਲੋਕ ਉਹ ਚੰਡੀ ਤੱਕ ਸੀਮਤ ਰਹਿ ਗਏ, ਵਿਦਵਾਨ ਲੋਕ ਸਰਸਵਤੀ ਤੱਕ ਸੀਮਤ ਰਹਿ ਗਏ, ਪਰਮਾਤਮਾ ਦੀ ਬਣਾਈ ਹੋਈ ਤਾਕਤਾਂ ਤੱਕ ਰਹਿ ਗਏ, ਪਰ ਪਰਮਾਤਮਾ ਨੇ ਜਿਹਨੇ ਤਾਕਤਾਂ ਬਣਾਈਆਂ ਉਹ ਤੋਂ ਤੱਕ ਪਹੁੰਚ ਨਾ ਕੀਤੀ। ਕੋਈ ਚੰਡੀ ਦੀ ਪੂਜਾ ਦੇ ਵਿੱਚ ਜੁਟ ਗਿਆ, ਕੋਈ ਸਰਸਵਤੀ ਦੀ ਪੂਜਾ ਵਿੱਚ ਜੁਟ ਗਿਆ, ਪਰ ਮਹਾਰਾਜ ਕਹਿੰਦੇ ਠੀਕ ਹੈ ਚੰਡੀ ਨੇ ਦੈਂਤਾਂ ਦਾ ਨਾਸ ਕੀਤਾ, ਪਰ ਚੰਡੀ ਨੂੰ ਬਣਾਉਣ ਵਾਲਾ ਪਰਮਾਤਮਾ ਹੈ। ਠੀਕ ਹੈ ਸਰਸਵਤੀ ਨੇ ਵਿਦਿਆ ਦਾ ਦਾਨ ਦਿੱਤਾ, ਪਰ ਸਰਸਵਤੀ ਨੂੰ ਵੀ ਤਾਕਤ ਬਖਸ਼ਣ ਵਾਲਾ ਪਰਮਾਤਮਾ ਹੈ, ਇਹਨੂੰ ਵੀ ਕਲਾ ਪਰਮਾਤਮਾ ਨੇ ਬਖਸ਼ੀ ਹੈ। ਸੋ ਸਤਿਗੁਰੂ ਨੇ ਕਿਹਾ ਪਰਮਾਤਮਾ ਨਾਲ ਜੁੜ, ਪਰਮਾਤਮਾ ਦੀ ਸ਼ਕਤੀ ਨੂੰ ਨਮਸਕਾਰ ਕਰ, ਜਿਨੇ ਸਰਸਵਤੀ ਦੇ ਰੂਪ ਦੇ ਵਿੱਚ ਆਪਣੇ ਸੇਵਕਾਂ ਨੂੰ ਬ੍ਰਹਮ ਦੀ ਵਿਦਿਆ ਦੀ ਦਾਤ ਦਿੱਤੀ ਹੈ। ਭਾਵ ਸਾਰਦਾ ਸਰਸਵਤੀ ਵੀ ਵੱਖਰੀ ਨਹੀਂ, ਪਰਮਾਤਮਾ ਤੋਂ ਵੱਧ ਤਾਕਤਵਰ ਨਹੀਂ, ਬਲਕਿ ਪਰਮਾਤਮਾ ਦੀ ਤਾਕਤ ਦਾ ਇੱਕ ਨਿੱਕਾ ਜਿਹਾ ਹਿੱਸਾ ਹੈ। ਪਰਮਾਤਮਾ ਬਹੁਤ ਤਾਕਤਵਰ ਹੈ, ਪਰਮਾਤਮਾ ਬੇਅੰਤ ਹੈ, ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ। ਅੱਗੇ ਸ਼ਬਦ ਵਰਤੇ ਨਮੋ ਰਿੱਧ ਦਾ ਸਿੱਧ ਦਾ ਬੁੱਧ ਦੈਨੀ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਉਸ ਸ਼ਕਤੀ ਨੂੰ ਕਲਗੀਧਰ ਪਾਤਸ਼ਾਹ ਨਮਸਕਾਰ ਕਰਦੇ ਨੇ, ਜੋ ਆਪਣੇ ਉਪਾਸਕਾਂ ਨੂੰ ਰਿੱਧੀਆਂ ਸਿੱਧੀਆਂ ਦਾ ਖਜ਼ਾਨਾ ਬਖਸ਼ਦੀ ਹੈ ਅਤੇ ਸੁਮੱਤ ਬਖਸ਼ਦੀ ਹੈ, ਚੰਗੀ ਬੁੱਧੀ ਬਖਸ਼ਦੀ ਹੈ। ਇਹ ਉਹ ਸ਼ਕਤੀ ਹੈ ਖਾਲਸਾ ਜੀ ਪਰਮਾਤਮਾ ਦੇ ਨਾਮ ਦੀ, ਜਿਹੜੀ ਸ਼ਕਤੀ ਬਾਰੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ ਦੇ ਵਿੱਚ ਬਚਨ ਕਰਦੇ ਨੇ। ਵੇਖੋ ਰਿੱਧ ਸਿੱਧ ਸ਼ਬਦ ਆਇਆ, ਬੁੱਧ ਦੈਨੀ ਸ਼ਬਦ ਆਇਆ, ਕਿਤੇ ਮਨ 'ਚ ਭੁਲੇਖਾ ਨਾ ਰਵੇ ਕਿ ਮਹਾਰਾਜ ਨੇ ਦੇਵੀ ਦੀ ਉਪਾਸਨਾ ਕੀਤੀ, ਕਿ ਦੇਵੀ ਨੂੰ ਮਹਾਰਾਜ ਨੇ ਕਿਹਾ ਕਿ ਤੂੰ ਰਿੱਧੀਆਂ ਸਿੱਧੀਆਂ ਬਖਸ਼ਦੀਆਂ ਨਹੀਂ। ਇਹ ਪਰਮਾਤਮਾ ਦੇ ਨਾਮ ਦੀ ਉਹੀ ਸ਼ਕਤੀ ਹੈ ਜਿਹਦੇ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਵਿੱਚ ਸ਼ਬਦ ਵਰਤੇ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਵੇਖੋ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜਿਆਂ ਰਿੱਧੀਆਂ ਸਿੱਧੀਆਂ ਆਉਂਦੀਆਂ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਗਿਆਨ ਆਉਂਦਾ, ਤਤ ਬੁੱਧੀ ਮਿਲਦੀ ਹੈ। ਉਹ ਬੁੱਧੀ ਮਿਲਦੀ ਹੈ ਜਿਹਦੇ ਵਿੱਚ ਪਰਮਾਤਮਾ ਦੇ ਗੁਣ ਵਸਦੇ ਨੇ, ਭੈੜੇ ਖਿਆਲ ਨਹੀਂ ਆਉਂਦੇ। ਉਸੇ ਸ਼ਕਤੀ ਨੂੰ ਗੁਰੂ ਸਾਹਿਬ ਨੇ ਨਮਸਕਾਰ ਕੀਤੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਤੇਰੇ ਨਾਮ ਦੀ ਉਸ ਸ਼ਕਤੀ ਨੂੰ ਨਮਸਕਾਰ ਹੈ, ਜਿਹੜੇ ਆਪਣੇ ਉਪਾਸਕਾਂ ਨੂੰ ਰਿੱਧੀਆਂ ਸਿੱਧੀਆਂ ਬਖਸ਼ਦੀ ਹੈ, ਅਤੇ ਦੂਸਰਾ ਜਿਹੜਾ ਆਪਣੇ ਸੇਵਕਾਂ ਨੂੰ ਆਪਣੇ ਪਿਆਰਿਆਂ ਨੂੰ ਤਤ ਬੁੱਧੀ ਬਖਸ਼ਦੀ ਹੈ। ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ। ਅੱਗੇ ਸ਼ਬਦ ਵਰਤੇ ਨਮੋ ਕਾਲ ਕੇ ਕਾਲ ਕਉ ਕਾਲ ਛੈਨੀ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੈਨੂੰ ਨਮਸਕਾਰ ਹੈ, ਤੇਰੀ ਉਸ ਸ਼ਕਤੀ ਨੂੰ ਨਮਸਕਾਰ ਹੈ ਜਿਹੜੀ ਕਾਲ ਦਾ ਵੀ ਕਾਲ ਬਣ ਕੇ ਕਾਲ ਨੂੰ ਵੀ ਖਤਮ ਕਰ ਦਿੰਦੀ ਹੈ। ਵੇਖੋ ਇੱਕ ਵਿਦਵਾਨ ਦਾ ਕਥਨ ਹੈ, ਕਾਲ ਕਰੇ ਜੋ ਕਾਲ ਕੋ ਨਮੋ ਸੋ ਪੁਰਖ ਅਕਾਲ, ਕਿ ਜਿਹੜਾ ਕਾਲ ਦਾ ਵੀ ਖਾਤਮਾ ਕਰ ਸਕਦਾ ਹੈ ਉਹ ਹੈ ਅਕਾਲ ਪੁਰਖ ਵਾਹਿਗੁਰੂ। ਅਤੇ ਕਾਲ ਦਾ ਖਾਤਮਾ ਕੌਣ ਕਰ ਸਕਦਾ ਖਾਲਸਾ ਜੀ? ਸਪਸ਼ਟ ਕੀਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ, ਵਾਹਿਗੁਰੂ ਤੇਰੀ ਸ਼ਕਤੀ ਹੈ ਅਤੇ ਤੇਰੀ ਉਸੇ ਸ਼ਕਤੀ ਨੂੰ ਨਮਸਕਾਰ ਹੈ ਜਿਹੜੀ ਕਾਲ ਦਾ ਵੀ ਕਾਲ ਬਣ ਕੇ ਕਾਲ ਨੂੰ ਵੀ ਖਤਮ ਕਰ ਦਿੰਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਵੀ ਬਚਨ ਆਉਂਦਾ ਹੈ, ਜਿਸ ਉੱਪਰ ਹੋਵਤ ਦਿਆਲ ਹਰ ਸਿਮਰਤ ਕਾਟੈ ਸੋ ਕਾਲ, ਕਿ ਜਿਹਦੇ ਉੱਤੇ ਪਰਮਾਤਮਾ ਦਿਆਲ ਹੋ ਜਾਵੇ ਨਾ, ਆਪਣੀ ਤਾਕਤ ਦੇ ਨਾਲ ਆਪਣੀ ਸ਼ਕਤੀ ਦੇ ਨਾਲ ਉਹਦੇ ਕਾਲ ਦੀ ਫਾਹੀ ਵੱਢ ਦਿੰਦਾ, ਉਹਦੇ ਕਾਲ ਦੀ ਫਾਹੀ ਕੱਟ ਦਿੰਦਾ ਹੈ। ਪਿਆਰ ਵਾਲਿਓ ਉਸੇ ਸ਼ਕਤੀ ਨੂੰ ਕਲਗੀਧਰ ਪਾਤਸ਼ਾਹ ਨੇ ਨਮਸਕਾਰ ਕੀਤੀ ਹੈ। ਔਰ ਅੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਵਰਤਦੇ ਨੇ, ਨਮੋ ਕਾਲ ਜਾਲ ਹੈ ਹੇਰ ਤੇਰੋ। ਹੇ ਅਕਾਲ ਪੁਰਖ ਵਾਹਿਗੁਰੂ ਨਮਸਕਾਰ ਹੈ ਤੇਰੀ ਉਸ ਸ਼ਕਤੀ ਨੂੰ ਜਿਹੜੀ ਕਿ ਕਾਲ ਦੇ ਜਾਲ ਵਿੱਚ ਨਹੀਂ ਆਉਂਦੀ, ਕਾਲ ਦੀ ਪਕੜ ਵਿੱਚ ਨਹੀਂ ਆਉਂਦੀ। ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ, ਨਮੋ ਅਕਾਲ ਪੁਰਖ ਵਾਹਿਗੁਰੂ ਤੂੰ ਐਸਾ ਦਿਆਲ ਕਿਰਪਾਲੂ ਦਿਆਲੂ ਹੈ ਜਿਹੜਾ ਕਾਲ ਦੀ ਪਕੜ ਵਿੱਚ ਨਹੀਂ ਆਉਂਦਾ, ਕਾਲ ਰਹਿਤ ਅਨਕਾਲ ਸਰੂਪਾ। ਹੇ ਅਕਾਲ ਪੁਰਖ ਵਾਹਿਗੁਰੂ ਜਿੱਥੇ ਤੂੰ ਕਾਲ ਵਿੱਚ ਨਹੀਂ ਆਉਂਦਾ, ਤੇਰਾ ਸਰੂਪ ਅਣਕਾਲ ਹੈ, ਕਾਲ ਤੋਂ ਰਹਿਤ ਹੈ, ਉੱਥੇ ਤੇਰੀ ਤਾਕਤ ਤੇਰੀ ਸ਼ਕਤੀ ਵੀ ਕਿਸੇ ਕਾਲ ਦੇ ਅਧੀਨ ਨਹੀਂ ਆਉਂਦੀ। ਵੇਖੋ ਸੰਸਾਰ ਦੀਆਂ ਤਾਕਤਾਂ ਉਹ ਸਮੇਂ ਦੀ ਬੰਦਸ਼ ਵਿੱਚ ਨੇ। ਸੰਸਾਰ ਦੇ ਬਾਦਸ਼ਾਹ ਆਉਂਦੇ ਨੇ,
ਰਾਜਸੀ ਤਾਕਤਾਂ ਹੁੰਦੀਆਂ ਉਹ ਕਿਸੇ ਨਾ ਕਿਸੇ ਸਮੇਂ ਦੇ ਬੰਦਸ਼ ਵਿੱਚ ਨੇ, ਕਾਲ ਦੇ ਅਧੀਨ ਨੇ। ਪਰ ਪਰਮਾਤਮਾ ਦੀ ਤਾਕਤ, ਪਰਮਾਤਮਾ ਦੀ ਸ਼ਕਤੀ, ਪਰਮਾਤਮਾ ਦੀ ਕਲਾ ਐਸੀ ਹੈ, ਉਹ ਕਿਸੇ ਸਮੇਂ ਦੇ ਅਧੀਨ ਨਹੀਂ, ਕਾਲ ਦੇ ਅਧੀਨ ਨਹੀਂ। ਸੋ ਸਤਿਗੁਰੂ ਕਹਿੰਦੇ ਨਮੋ ਕਾਲ ਅਜਾਲ ਹੈ ਹੇਰ ਤੇਰੋ। ਹੇ ਵਾਹਿਗੁਰੂ, ਤੇਰੀ ਉਸ ਤਾਕਤ ਨੂੰ ਨਮਸਕਾਰ ਹੈ ਜਿਹੜੀ ਕਾਲ ਦੇ ਜਾਲ ਵਿੱਚ ਨਹੀਂ ਆਉਂਦੀ, ਇਸ ਜਾਲ ਤੋਂ ਮੁਕਤ ਹੈ। ਅੱਗੇ ਬਚਨ ਕਰਦੇ ਨੇ ਨਮੋ ਤੀਨਹੁ ਲੋਕ ਕੀਨੋ ਅਹੇਰੋ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਨਮਸਕਾਰ ਹੈ ਤੈਨੂੰ। ਕਿਉਂ? ਤੇਰਾ ਜਸ ਤਿੰਨੇ ਹੀ ਲੋਕ ਪਏ ਗਾਉਂਦੇ ਨੇ, ਆਕਾਸ਼ ਲੋਕ, ਪਤਾਲ ਲੋਕ, ਮਾਤ ਲੋਕ, ਇਹ ਤਿੰਨੇ ਹੀ ਤੇਰਾ ਜਸ ਗਾ ਰਹੇ ਨੇ। ਜਿਵੇਂ ਜਾਪ ਸਾਹਿਬ ਦੇ ਵਿੱਚ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਿੰਨੇ ਹੀ ਲੋਕਾਂ ਦੇ ਰਾਜੇ ਮਹਾਰਾਜੇ, ਦੇਵੀ ਦੇਵਤੇ, ਓਲੀਏ ਅਵਤਾਰ, ਗੰਧਰਵ ਫਰਿਸ਼ਤੇ, ਸਾਧੂ ਸੰਤ ਮਹਾਤਮਾ ਪਰਮਾਤਮਾ ਤੇਰਾ ਜਸ ਗਾ ਰਹੇ ਨੇ। ਅੱਗੇ ਬਚਨ ਕਰਦੇ ਨੇ ਕਿ ਜਿੱਥੇ ਤਿੰਨੇ ਲੋਕ ਹੀ ਤੇਰਾ ਜਸ ਗਾ ਰਹੇ ਨੇ, ਉੱਥੇ ਨਮੋ ਜੋਤ ਜਵਾਲਾ ਤੂੰ ਮੈਂ ਬੇਦ ਗਾਵੈ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਤੇਰੀ ਤਾਕਤ ਨੂੰ ਤੇ ਤੈਨੂੰ ਸਦਾ ਨਮਸਕਾਰ ਹੈ, ਜਿਹੜੀ ਜੋਤ ਸਰੂਪ ਹੋ ਕਰਕੇ ਪ੍ਰਕਾਸ਼ਮਾਨ ਹੈ। ਨਮੋ ਜੋਤ ਜਵਾਲਾ, ਇਹ ਆਪਾਂ ਸਾਰੇ ਜਾਣਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਜੋਤ ਸਰੂਪ ਹੋ ਕੇ ਸਾਰਿਆਂ ਵਿੱਚ ਰਮਿਆ ਹੋਇਆ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ, ਸਭ ਮਹਿ ਜੋਤ ਜੋਤ ਹੈ ਸੋਏ। ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਹੈ। ਉੱਥੇ ਪਿਆਰ ਵਾਲਿਓ ਸਤਿਗੁਰੂ ਨੇ ਕਿਹਾ ਕਿ ਅਕਾਲ ਪੁਰਖ ਵਾਹਿਗੁਰੂ ਤੈਨੂੰ ਨਮਸਕਾਰ ਹੈ, ਕਿਉਂਕਿ ਤੂੰ ਜੋਤ ਸਰੂਪ ਹੋ ਕਰਕੇ ਕਣ ਕਣ ਵਿੱਚ ਪ੍ਰਕਾਸ਼ਮਾਨ ਹੋ ਰਿਹਾ। ਅਤੇ ਜਿੱਥੇ ਤੂੰ ਕਣ ਕਣ ਵਿੱਚ ਪ੍ਰਕਾਸ਼ਮਾਨ ਹੋ ਰਿਹਾ, ਜੋਤ ਸਰੂਪ ਹੋ ਕੇ ਪ੍ਰਚੰਡ ਹੋ ਰਿਹਾ, ਹੇ ਅਕਾਲ ਪੁਰਖ ਵਾਹਿਗੁਰੂ ਚਾਰੇ ਵੇਦ ਹੀ ਤੇਰੇ ਗੀਤ ਪਏ ਗਾਉਂਦੇ ਨੇ। ਤੂੰ ਮੈਂ ਵੇਦ ਗਾਵੈ। ਅਕਾਲ ਪੁਰਖ ਵਾਹਿਗੁਰੂ ਸਾਰੇ ਹੀ ਤੇਰੇ ਗੀਤ ਗਾ ਰਹੇ ਨੇ, ਜਿਤਨੇ ਵੀ ਧਾਰਮਿਕ ਗ੍ਰੰਥ ਨੇ ਸਾਰੇ ਤੇਰੀ ਸੋਭਾ ਕਰ ਰਹੇ ਨੇ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਸ਼ਬਦ ਵਰਤਦੇ ਨੇ, ਸੁਰਾਸੁਰ ਰਿਖੀਸਵਰ ਨਹੀਂ ਭੇਦ ਭਾਵੈ। ਸਤਿਗੁਰੂ ਕਹਿੰਦੇ ਜਿੱਥੇ ਚਾਰੇ ਤੇਰੇ ਗੀਤ ਗਾਉਂਦੇ ਨੇ, ਉੱਥੇ ਦੇਵੀ ਦੇਵਤੇ, ਦੈਂਤ ਤੇ ਰਿਸ਼ੀ ਮੁਨੀ ਉਹ ਵੀ ਅਕਾਲ ਪੁਰਖ ਵਾਹਿਗੁਰੂ ਤੇਰਾ ਭੇਦ ਨਹੀਂ ਪਾ ਸਕਦੇ। ਪਿਆਰ ਵਾਲਿਓ, ਜੇ ਇੱਥੇ ਕਿਸੇ ਦੇਵੀ ਦੀ ਸੋਭਾ ਹੁੰਦੀ ਨਾ, ਤੇ ਸਤਿਗੁਰੂ ਇਹ ਸ਼ਬਦ ਨਾ ਵਰਤਦੇ, ਕਿਉਂਕਿ ਸਤਿਗੁਰੂ ਨੇ ਸਪਸ਼ਟ ਕਰ ਦਿੱਤਾ ਕਿ ਦੇਵੀ ਦੀ ਪੂਜਾ ਨਹੀਂ। ਮਹਾਰਾਜ ਨੇ ਕਿਹਾ ਦੇਵੀ ਦੇਵਤੇ ਵੀ ਤੇਰਾ ਭੇਦ ਨਹੀਂ ਪਾ ਸਕਦੇ, ਰਿਸ਼ੀ ਮੁਨੀ ਸਾਧੂ ਸੰਤ ਮਹਾਤਮਾ ਵੀ ਤੇਰਾ ਭੇਦ ਨਹੀਂ ਪਾ ਸਕਦੇ। ਅਕਾਲ ਪੁਰਖ ਵਾਹਿਗੁਰੂ ਤੂੰ ਐਸਾ ਬੇਅੰਤ ਹੈ, ਐਸਾ ਦਿਆਲੂ ਕਿਰਪਾਲੂ ਹੈ। ਅੱਗੇ ਬਚਨ ਕਰਦੇ ਨੇ, ਤੂੰ ਹੀ ਜੋਗ ਜੋਗ ਤਣ ਤੂੰ ਹੀ ਖੜਗ ਧਾਰੇ। ਹੇ ਅਕਾਲ ਪੁਰਖ ਵਾਹਿਗੁਰੂ ਤੂੰ ਹੀ ਹੈ ਜੋ ਜੋਗੀਆਂ ਨੂੰ ਜੋਗ ਜੁਗਤੀ ਦੱਸ ਰਿਹਾ, ਜੋਗ ਕਮਾਉਣ ਦੀਆਂ ਜੁਗਤੀਆਂ ਪਿਆ ਦੱਸਦਾ। ਅਤੇ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਹੀ ਖੜਗ ਧਾਰੇ, ਤੂੰ ਹੀ ਸ਼ਸਤਰ ਧਾਰੀ ਹੋ ਕੇ, ਖੜਗ ਧਾਰੀ ਹੋ ਕੇ ਦੁਸ਼ਟਾਂ ਦਾ ਨਾਸ਼ ਪਿਆ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ ਜਿੱਥੇ ਪਿਆਰ ਵਾਲਿਓ ਤੂੰ ਹੀ ਸ਼ਬਦ ਆ ਜਾਵੇ ਨਾ, ਉੱਥੇ ਫਿਰ ਇਹ ਸਮਝ ਲੈਣਾ ਚਾਹੀਦਾ ਕਿ ਤੂੰ ਹੀ ਸ਼ਬਦ ਦੀ ਵਰਤੋਂ ਗੁਰਬਾਣੀ ਵਿੱਚ ਸਤਿਗੁਰਾਂ ਨੇ ਪ੍ਰਮਾਤਮਾ ਲਈ ਕੀਤੀ। ਰਸਨਾ ਜਪਤੀ ਤੂੰ ਹੀ ਕਿ ਇਹ ਮੇਰੀ ਰਸਨਾ ਤੈਨੂੰ ਹੀ ਜਪਦੀ ਹੈ। ਅਕਾਲ ਉਸਤਤ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੂੰ ਹੀ ਸ਼ਬਦ ਦੀ ਵਰਤੋਂ 16 ਵਾਰ ਕੀਤੀ। ਤੂੰ ਹੀ 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 ਤੂੰ ਹੀ। ਮਹਾਰਾਜ ਨੇ ਕਿਹਾ ਕੇਵਲ ਤੂੰ ਹੀ ਹੈ, ਦੂਜਾ ਕੋਈ ਹੈ ਹੀ ਨਹੀਂ। ਅਤੇ ਸੱਚ ਹੈ, ਮੇਰੇ ਵਰਗੇ ਨੇ ਤੇ ਕੇਵਲ ਬੋਲਾਂ ਰਾਹੀਂ ਕਹਿ ਹੀ ਦੇਣਾ ਵੀ ਪਰਮਾਤਮਾ ਕੇਵਲ ਤੂੰ ਹੀ ਹੈ। ਪਰ ਪਿਆਰ ਵਾਲਿਓ ਜਦੋਂ ਬੰਦਾ ਕਿਸੇ ਸੰਸਾਰ ਦੇ ਵਿੱਚ ਜਾ ਕਰਕੇ ਕਿਸੇ ਸਮਾਜ ਵਿੱਚ ਵਿਚਰਦਾ ਏ, ਤੇ ਸੱਚ ਹੈ ਜਦੋਂ ਇਹ ਨੇਤਰ ਬਾਹਰਮੁਖੀ ਸੰਸਾਰ ਨੂੰ ਤੱਕਦੇ ਨੇ ਫਿਰ ਤੂੰ ਹੀ ਨਜ਼ਰ ਨਹੀਂ ਆਉਂਦਾ। ਫਿਰ ਸੰਸਾਰ ਦੇ ਫਿਰਕੇ, ਸੰਸਾਰ ਦੇ ਮਜ਼ਹਬ, ਸੰਸਾਰ ਦੇ ਧੜੇ ਨਜ਼ਰ ਆਉਂਦੇ ਆ। ਪਰ ਕਲਗੀਧਰ ਪਾਤਸ਼ਾਹੀ ਨੇ ਜਿਨ੍ਹਾਂ ਨੂੰ ਸੰਸਾਰ ਦੇ ਵਿੱਚੋਂ ਵੀ ਨਿਰੰਕਾਰ ਨਜ਼ਰ ਆਉਂਦਾ। ਪਰ ਇਹ ਨਜ਼ਰ ਉਦੋਂ ਹੀ ਆਉਂਦਾ ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਜਦੋਂ ਤੱਕ ਬੰਦੇ ਅੰਦਰ ਮੈਂ ਹੋਵੇ ਨਾ, ਜਦੋਂ ਤੱਕ ਬੰਦੇ ਅੰਦਰ ਵਿਦਵਤਾ ਦਾ ਹੰਕਾਰ ਹੋਵੇ, ਧਨ ਦਾ ਹੰਕਾਰ ਹੋਵੇ, ਤਾਕਤ ਦਾ ਹੰਕਾਰ ਹੋਵੇ, ਉਦੋਂ ਤੱਕ ਪਰਮਾਤਮਾ ਨਜ਼ਰ ਨਹੀਂ ਆਉਂਦਾ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਅਤੇ ਜਦੋਂ
ਅੰਦਰੋਂ ਹੰਕਾਰ ਮਿਟ ਜਾਵੇ, ਫਿਰ ਕੇਵਲ ਪਰਮਾਤਮਾ ਹੀ ਨਜ਼ਰ ਆਉਂਦਾ, ਕੋਈ ਦੂਸਰਾ ਨਜ਼ਰ ਹੀ ਨਹੀਂ ਆਉਂਦਾ। ਜਿਵੇਂ ਇੱਕ ਵਿਦਵਾਨ ਨੇ ਕਿਹਾ, जिसे देखना भी मुहाल था, ना था जिसका नामो निशां कहीं, हर एक जर्रे में इश्क ने मुझे जलवा उसका दिखा दिया। कि ਜਿਹਦਾ ਨਾਮੋ ਨਿਸ਼ਾਨ ਨਹੀਂ, ਜਿਹਨੂੰ ਵੇਖਿਆ ਨਹੀਂ ਜਾ ਸਕਦਾ, ਪਰ ਜਦੋਂ ਪਰਮਾਤਮਾ ਨਾਲ ਇਸ਼ਕ ਹੋ ਗਿਆ, ਫਿਰ ਹਰ ਇੱਕ ਜ਼ਰਰੇ ਜ਼ਰਰੇ ਵਿੱਚੋਂ ਪਰਮਾਤਮਾ ਦਾ ਨੂਰ ਨਜ਼ਰ ਆਉਣ ਲੱਗ ਪਿਆ। ਸੋ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਸ਼ਬਦ ਵਰਤਦੇ ਨੇ, ਤੁਹੀ ਜੈ ਕਰੰਤੀ ਅਸੁਰ ਗਹਿ ਪਛਾਰਿਐ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਤੂੰ ਹੀ ਅਸੁਰ, ਅਸੁਰ ਦਾ ਭਾਵ ਦੈਂਤਾਂ ਦਾ ਸੋਧਾ ਲਾਇਆ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਹੀ ਹੈ ਜਿਹਨੇ ਸਹਿਦਾ ਦਾ ਦੈਂਤਾਂ ਦਾ ਸੋਧਾ ਲਾ ਕਰਕੇ ਉਹਨਾਂ 'ਤੇ ਫਤਿਹ ਪਾਈ ਹੈ, ਕਿਸੇ ਦੂਸਰੇ ਨੇ ਨਹੀਂ ਪਾਈ। ਦੈਂਤਾਂ ਨੂੰ ਵੀ ਤੂੰ ਹੀ ਮਾਰ ਮੁਕਾਇਆ ਹੈ, ਦੈਂਤਾਂ ਦਾ ਸੋਧਾ ਲਾ ਕੇ ਤੂੰ ਹੀ ਆਪਣੀ ਜਿੱਤ ਕੀਤੀ ਹੈ, ਫਤਿਹ ਪਾਈ ਹੈ। ਅੱਗੇ ਬਚਨ ਨੇ, ਤੂੰ ਹੀ ਜੋਗਣੀ ਖੱਪਰ ਭਰਣੀ ਅਦੋਖੰ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਤੂੰ ਹੀ ਦੁਸ਼ਟਾਂ 'ਤੇ ਫਤਿਹ ਪਾ ਕਰਕੇ ਲਹੂ ਦਾ ਖੱਪਰ ਭਾਵ ਕੇ ਪਿਆਲਾ ਭਰ ਕੇ ਪੀਤਾ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਹੀ ਹੈ ਜਿਹੜਾ ਭਰਣੀ ਅਦੋਖੰ। ਅਦੋਖੰ ਤੋਂ ਭਾਵ ਖਾਲਸਾ ਜੀ ਸਤਿਗੁਰੂ ਕਹਿੰਦੇ, ਵਾਹਿਗੁਰੂ ਤੂੰ ਹੀ ਹੈ ਜਿਹੜਾ ਆਪਣੇ ਸੇਵਕਾਂ ਦੇ, ਆਪਣੇ ਪਿਆਰਿਆਂ ਦੇ ਦੁੱਖਾਂ ਦਾ ਨਾਸ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ ਹੀ ਹੈ ਜਿਹੜਾ ਉਹਦੀ ਸ਼ਰਨੀ ਚਲਿਆ ਜਾਵੇ ਨਾ ਖਾਲਸਾ ਜੀ, ਉਹਦੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਜਨਮਾਂ ਜਨਮਾਂ ਦੇ ਦੁੱਖਾਂ ਨੂੰ ਸਾੜ ਕੇ ਸਵਾਹ ਕਰ ਦਿੰਦਾ ਹੈ। ਮਿਟੰਤ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਜਿਵੇਂ ਲੱਕੜਾਂ ਦਾ ਢੇਰ ਸੜ ਕੇ ਸਵਾਹ ਹੋ ਜਾਂਦਾ ਖਿੰਡ ਦੇ ਵਿੱਚ, ਇਸੇ ਤਰ੍ਹਾਂ ਜਦੋਂ ਪਰਮਾਤਮਾ ਦੇ ਨਾਮ ਦੀ ਜਾਗ ਲੱਗ ਜਾਵੇ, ਪਰਮਾਤਮਾ ਦੀ ਮਿਹਰ ਹੋ ਜਾਵੇ, ਗੁਰੂ ਦੀ ਰਹਿਮਤ ਹੋ ਜਾਵੇ ਨਾ ਖਾਲਸਾ ਜੀ, ਉਦੋਂ ਫਿਰ ਜਨਮਾਂ ਜਨਮਾਂ ਦੇ ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ। ਅੱਗੇ ਸਤਿਗੁਰੂ ਸ਼ਬਦ ਵਰਤਦੇ ਨੇ, ਰਕਤ ਬੀਜ ਕੇ ਪ੍ਰਾਣ ਕੋ ਪਕੜ ਸੋਖੰ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਤੇਰੀ ਹੀ ਸ਼ਕਤੀ ਸੀ ਜਿਸ ਨੇ ਰਕਤ ਬੀਜ ਦੈਂਤ ਨੂੰ ਫੜ ਕੇ ਉਹਦਾ ਲਹੂ ਸੁਕਾ ਦਿੱਤਾ। ਭਾਵ ਐਸਾ ਪ੍ਰਤਾਪ ਵਿਖਾਇਆ ਤੇਰੀ ਸ਼ਕਤੀ ਨੇ, ਜਿਹੜਾ ਰਕਤ ਬੀਜ ਦੈਂਤ ਆਪਣੇ ਆਪ ਦੇ ਵਿੱਚ ਬੜੀ ਤਾਕਤ ਰੱਖਦਾ ਸੀ, ਪਰਮਾਤਮਾ ਤੇਰੀ ਤਾਕਤ ਨੇ ਪ੍ਰਤਾਪ ਵਿਖਾ ਕੇ ਉਹਦੇ ਅੰਦਰ ਤੱਕ ਉਹਦਾ ਲਹੂ ਸੁਕਾ ਦਿੱਤਾ। ਵੇਖੋ, ਇਹ ਦੈਂਤ ਹੋਏ ਪੁਰਾਣੇ ਧਾਰਮਿਕ ਗ੍ਰੰਥਾਂ ਦੇ ਵਿੱਚ ਜੋ ਘਟਨਾਵਾਂ ਮੌਜੂਦ ਨੇ, ਉਹਨਾਂ ਵਿੱਚ ਮੰਨਿਆ ਗਿਆ ਜੀ ਬੜੇ ਬੜੇ ਬਲੀ ਦੈਂਤ ਸਨ, ਅਤੇ ਉਥਾਨਕਾਂ ਬਣਾਈਆਂ ਗਈਆਂ, ਦੇਵੀਆਂ ਨੇ ਪ੍ਰਗਟ ਹੋ ਕਰਕੇ ਉਹਨਾਂ ਦਾ ਖਾਤਮਾ ਕੀਤਾ। ਲੋਕ ਪਰਮਾਤਮਾ ਤੋਂ ਟੁੱਟ ਕੇ ਉਹਨਾਂ ਤੱਕ ਜੁੜ ਗਏ, ਪਰ ਸਤਿਗੁਰੂ ਨੇ ਆ ਕੇ ਸਪਸ਼ਟ ਕੀਤਾ ਕਿ ਖਾਲਸਾ ਜੀ ਠੀਕ ਹੈ, ਦੈਂਤਾਂ ਦਾ ਨਾਸ ਇਨ੍ਹਾਂ ਤਾਕਤਾਂ ਨੇ ਕੀਤਾ, ਪਰ ਸੱਚ ਜਾਣਿਓ ਇਹ ਤਾਕਤਾਂ ਦਾ ਮਾਲਕ ਵੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਹੈ, ਕੋਈ ਦੂਸਰਾ ਨਹੀਂ। ਸੋ ਪਿਆਰ ਵਾਲਿਓ, ਸਤਿਗੁਰੂ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ ਤੇਰੀ ਹੀ ਸ਼ਕਤੀ ਹੈ ਜਿਹਨੇ ਰਕਤ ਬੀਜ ਦੈਂਤ ਦੇ ਸਾਹਮਣੇ ਪ੍ਰਗਟ ਹੋ ਕੇ ਆਪਣਾ ਪ੍ਰਤਾਪ ਵਧਾਇਆ, ਅਤੇ ਉਸ ਪ੍ਰਤਾਪ ਦਾ ਸਦਕਾ ਰਕਤ ਬੀਜ ਦੇ ਅੰਦਰ ਤੱਕ ਲਹੂ ਸੁਕਾ ਦਿੱਤਾ। ਅੱਗੇ ਸ਼ਬਦ ਵਰਤੇ, ਤੁਹੀ ਜਲ ਥਲੇ ਪਰਬਤੇ ਗਿਰ ਨਿਵਾਸੀ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਤੂੰ ਹੀ ਹੈ ਜਿਹੜਾ ਜਲ ਵਿੱਚ ਵੀ ਨਿਵਾਸ ਰੱਖਦਾ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਹੀ ਹੈ ਜਿਹੜਾ ਥਲ ਵਿੱਚ ਭਾਵ ਕੇ ਧਰਤੀ ਵਿੱਚ ਵੀ ਨਿਵਾਸ ਰੱਖਦਾ ਹੈ। ਪਰਬਤੇ ਗਿਰ ਨਿਵਾਸੀ, ਪਰਬਤੇ ਤੋਂ ਭਾਵ ਪਹਾੜਾਂ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਤੂੰ ਹੀ ਨਿਵਾਸ ਰੱਖਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੁੱਛੀਏ, ਪਾਤਸ਼ਾਹ ਕੌਣ ਹੈ ਜਿਹੜਾ ਜਲ ਵਿੱਚ ਵੀ ਵਸਦਾ ਹੈ, ਥਲ ਵਿੱਚ ਵੀ ਵਸਦਾ ਹੈ, ਪਹਾੜਾਂ ਵਿੱਚ ਵੀ ਵਸਦਾ ਹੈ, ਬਨਸਪਤੀ ਵਿੱਚ ਵੀ ਵਸਦਾ ਹੈ? ਅਤੇ ਸਤਿਗੁਰੂ ਕਹਿੰਦੇ, ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਹੈ ਜਿਹੜਾ ਜਲ ਥਲ ਦੇ ਵਿੱਚ ਪੂਰਿਆ ਭਾਵ ਰਮਿਆ ਹੋਇਆ ਹੈ। ਜਾਪ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ, ਜਲੇ ਹੈ ਥਲੇ ਹੈ, ਜਲ ਵਿੱਚ ਵੀ ਹੋਈ ਹੈ, ਥਲ ਵਿੱਚ ਵੀ ਹੋਈ ਹੈ। ਜ਼ਮੀਂ ਜ਼ਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਸੋ ਅੱਗੇ ਸਤਿਗੁਰੂ ਨੇ ਸ਼ਬਦ ਵਰਤੇ, ਤੁਹੀ ਸਭ ਘਟਨ ਨਿਰਾਲਮ ਪ੍ਰਕਾਸ਼ੀ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਜਿੱਥੇ ਤੂੰ ਜਲ ਵਿੱਚ ਵਸਦਾ ਹੈ, ਥਲ ਵਿੱਚ ਵਸਦਾ ਹੈ, ਪਰਬਤਾਂ ਵਿੱਚ ਵਸਦਾ ਹੈ, ਉੱਥੇ ਅਕਾਲ ਪੁਰਖ ਵਾਹਿਗੁਰੂ ਤੂੰ ਕਣ ਕਣ ਦੇ ਵਿੱਚ ਪ੍ਰਕਾਸ਼ਮਾਨ ਹੈ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਤੂੰ ਘਟ ਘਟ ਵਿੱਚ ਵਸਦਾ, ਹਰ ਇੱਕ ਜਗ੍ਹਾ ਦੇ ਵਿੱਚ ਕਣ ਕਣ ਵਿੱਚ ਤੂੰ ਰਮਿਆ ਹੋਇਆ ਹੈ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ,
ਘਟ ਘਟ ਮਾਧੋ ਜੀ ਆ। ਇੱਥੋਂ ਸਪਸ਼ਟ ਹੁੰਦਾ ਵੀ ਕਲਗੀਧਰ ਪਾਤਸ਼ਾਹ ਕਿਹਦੀ ਉਸਤਤ ਕਰ ਰਹੇ। ਪਰ ਪਿਆਰ ਵਾਲਿਓ ਸੱਚ ਤੇ ਇਹ ਹੈ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਜੀ ਨੇ ਨਾ ਉਸ ਅਲੌਕਿਕ ਨਿਰੰਕਾਰ ਦੀ ਅਲੌਕਿਕ ਉਪਮਾ ਨੂੰ ਸੰਸਾਰ ਦੀ ਲੌਕਿਕ ਬੋਲੀ ਵਿੱਚ ਬੰਨ੍ਹ ਦਿੱਤਾ। ਪਰ ਹੁਣ ਸੰਸਾਰ ਦਾ ਅਲਪੱਗ ਜੀਵ ਜੇ ਤੇ ਛੱਜੂ ਝੀਵਰ ਬਣ ਕੇ ਬੈਠੇ ਤੇ ਇਸ ਲੌਕਿਕ ਬੋਲੀ ਦੇ ਵਿੱਚ ਬੰਨੀ ਹੋਈ ਅਲੌਕਿਕ ਉਪਮਾ ਨੂੰ ਸਮਝ ਸਕਦਾ ਹੈ। ਪਰ ਜੇ ਹੰਕਾਰੀ ਪੰਡਤ ਬਣ ਕੇ ਬੈਠ ਗਿਆ ਤੇ ਫਿਰ ਪਿਆਰ ਵਾਲਿਓ ਸੱਚ ਹੈ ਕਿ ਇਹ ਲੌਕਿਕ ਬੋਲੀ ਵਿੱਚ ਬੰਨੀ ਹੋਈ ਅਲੌਕਿਕ ਉਪਮਾ ਨੂੰ ਨਹੀਂ ਸਮਝ ਸਕਦਾ। ਸੋ ਜੇ ਚਾਹੁੰਦੇ ਹਾਂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਦੀ ਸਮਝ ਪੈ ਜਾਵੇ, ਫਿਰ ਕਲਗੀਧਰ ਦੇ ਚਰਨਾਂ 'ਤੇ ਢਹਿ ਪਈਏ ਤੇ ਇਹ ਗੱਲ ਕਹੀਏ, ਸੀਰੀਅਸ ਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਅੱਗੇ ਸਤਿਗੁਰੂ ਸ਼ਬਦ ਵਰਤਦੇ ਨੇ, ਤੁਹੀ ਦੁਸ਼ਟ ਦਾਹਨ ਤੁਹੀ ਸਰਬ ਪਾਲੀ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਤੂੰ ਹੀ ਹੈ, ਤੇਰੀ ਹੀ ਆਦ ਸ਼ਕਤੀ ਹੈ ਜਿਹੜੀ ਦੁਸ਼ਟਾਂ ਦਾ ਨਾਸ਼ ਕਰਦੀ ਹੈ। ਜਿੱਥੇ ਦੁਸ਼ਟਾਂ ਦਾ ਨਾਸ਼ ਕਰਦੀ ਹੈ ਉੱਥੇ ਆਪਣੇ ਸੇਵਕਾਂ ਨੂੰ, ਪਿਆਰਿਆਂ ਨੂੰ, ਸਾਰਿਆਂ ਨੂੰ ਪਾਲਣਾ ਵੀ ਕਰਦੀ ਹੈ। ਅੱਗੇ ਸ਼ਬਦ ਵਰਤੇ, ਤੁਹੀ ਬ੍ਰਿਛ ਪੁਹਪਾ ਤੁਹੀ ਆਪ ਮਾਲੀ। ਤੁਹੀ ਬ੍ਰਿਛ ਪੁਹਪਾ, ਬ੍ਰਿਛ ਪੁਹਪਾ ਤੋਂ ਭਾਵ ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਤੂੰ ਹੀ ਹੈ ਜਿਹੜਾ ਰੁੱਖਾਂ ਦੇ ਵਿੱਚ ਵੀ ਰਮਿਆ ਹੋਇਆ ਹੈ, ਫੁੱਲਾਂ ਵਿੱਚ ਵੀ ਰਮਿਆ ਹੋਇਆ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਜਿੱਥੇ ਤੂੰ ਰੁੱਖਾਂ ਦੇ ਵਿੱਚ, ਫੁੱਲਾਂ ਦੇ ਵਿੱਚ ਰਮਿਆ ਹੋਇਆ ਹੈ, ਤੂੰ ਹੀ ਆਪ ਮਾਲੀ। ਸੱਚ ਹੈ, ਇਹਨਾਂ ਵਿੱਚ ਰਚ ਕੇ ਤੂੰ ਆਪ ਹੀ ਇਹਨਾਂ ਰੁੱਖਾਂ ਦੀ, ਇਹਨਾਂ ਫੁੱਲਾਂ ਦੀ ਪਾਲਣਾ ਕਰਦਾ ਹੈ। ਕਿਤਨੇ ਕਿਤਨੇ ਵੱਡੇ ਜੰਗਲ, ਕਿਤਨੇ ਕਿਤਨੇ ਵੱਡੇ ਪਹਾੜ, ਖਾਲਸਾ ਜੀ ਕਿਤਨੇ ਕਿਤਨੇ ਵੱਡੇ ਪਹਾੜਾਂ 'ਤੇ ਕੈਸੇ ਕੈਸੇ ਰੁੱਖ, ਫੁੱਲਾਂ ਦੀਆਂ ਘਾਟੀਆਂ ਵੇਖਣ ਵਿੱਚ ਨਜ਼ਰ ਆਉਂਦੀਆਂ। ਵੇਖੋ, ਬੰਦਾ ਘਰ ਵਿੱਚ ਫੁੱਲ ਲਾਉਂਦਾ, ਉਹਨਾਂ ਦੀ ਸੰਭਾਲ ਨਹੀਂ ਹੁੰਦੀ, ਪਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਕਿਤਨੀ ਬਨਸਪਤੀ ਪੈਦਾ ਕੀਤੀ। ਸਤਿਗੁਰੂ ਕਹਿੰਦੇ, ਜਿਤਨੀ ਵੀ ਬਨਸਪਤੀ ਹੈ, ਇਸ ਬਨਸਪਤੀ ਦੇ ਵਿੱਚ ਜਿੱਥੇ ਤੂੰ ਰਮਿਆ ਹੋਇਆ ਹੈ, ਹੇ ਅਕਾਲ ਪੁਰਖ ਵਾਹਿਗੁਰੂ, ਇਸ ਬਨਸਪਤੀ ਦੀ ਸੰਭਾਲਨਾ ਵੀ ਤੂੰ ਆਪ ਹੀ ਕਰਦਾ ਹੈ। ਅੱਗੇ ਸਤਿਗੁਰੂ ਸ਼ਬਦ ਵਰਤਦੇ ਨੇ, ਤੁਹੀ ਵਿਸ਼ਵ ਭਰਣੀ ਤੁਹੀ ਜਗ ਪ੍ਰਕਾਸ਼ੀ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਤੂੰ ਹੀ ਵਿਸ਼ਵ ਭਰਣੀ। ਵਿਸ਼ਵ ਭਰਣੀ ਦਾ ਭਾਵ ਤੂੰ ਹੀ ਸੰਸਾਰ ਦੀ ਪਾਲਣਾ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ, ਤੂੰ ਹੀ ਸੰਸਾਰ ਨੂੰ ਪਾਲ ਰਿਹਾ ਹੈ ਤੇ ਤੂੰ ਹੀ ਜਗ ਪ੍ਰਕਾਸ਼ੀ, ਤੂੰ ਹੀ ਕੁੱਲ ਕਾਇਨਾਤ ਦੇ ਵਿੱਚ ਪ੍ਰਕਾਸ਼ਮਾਨ ਹੋ ਰਿਹਾ। ਤੂੰ ਹੀ ਇਸ ਬੰਦੇ ਦੇ ਮਿੱਟੀ ਦੇ ਪੁਤਲੇ ਦੇ ਵਿੱਚ, ਇਸ ਸਰੀਰ ਦੇ ਵਿੱਚ ਪ੍ਰਕਾਸ਼ਮਾਨ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ, ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਅਕਾਲ ਪੁਰਖ ਵਾਹਿਗੁਰੂ, ਤੂੰ ਹੀ ਹਰ ਇੱਕ ਦੇ ਵਿੱਚ ਪ੍ਰਕਾਸ਼ਮਾਨ ਹੈ। ਤੁਹੀ ਅਲਖ ਭਰਣੀ ਤੁਹੀ ਭੂ ਆਕਾਸ਼ੀ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਤੂੰ ਹੀ ਹੈ ਜਿਹਦੀ ਸ਼ਕਤੀ ਬਿਆਨ ਨਹੀਂ ਕੀਤੀ ਜਾ ਸਕਦੀ, ਤੇਰੀ ਉਪਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਗਮ ਅਗੋਚਰ ਅਲਖ ਅਪਾਰਾ। ਅਕਾਲ ਪੁਰਖ ਵਾਹਿਗੁਰੂ, ਤੂੰ ਅਗਮ ਅਗੋਚਰ ਹੈ, ਤੂੰ ਲਖਿਆ ਨਹੀਂ ਜਾ ਸਕਦਾ, ਤੇਰਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਅਕਾਲ ਪੁਰਖ ਵਾਹਿਗੁਰੂ, ਤੂੰ ਹੀ ਭੂ ਆਕਾਸ਼ੀ। ਭੂ ਦਾ ਭਾਵ ਧਰਤੀ, ਆਕਾਸ਼ੀ ਦਾ ਭਾਵ ਆਕਾਸ਼। ਅਕਾਲ ਪੁਰਖ ਵਾਹਿਗੁਰੂ, ਤੂੰ ਹੀ ਧਰਤੀ ਹੈ ਤੇ ਤੂੰ ਹੀ ਆਕਾਸ਼ ਹੈ। ਵੇਖੋ ਕੈਸੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਭਾਵੇਂ ਪੜ੍ਹਦੇ ਆਪਾਂ ਸਾਰੀ ਰੋਜ਼ ਆ ਕਿ ਇਹ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ ਕਿ ਜਿੰਨਾ ਵੀ ਸੰਸਾਰ ਬ੍ਰਹਮੰਡ ਵੇਖ ਰਹੇ ਹੋ, ਇਹ ਹਰੀ ਦਾ ਰੂਪ ਹੈ। ਕਹਿ ਸਾਰੇ ਰਹੇ ਹਾਂ, ਪਰ ਵੇਖਿਆ ਕਲਗੀਆਂ ਵਾਲੇ ਨੇ ਤੇ ਵੇਖਣਾ ਸਿਖਾਇਆ ਵੀ ਕਲਗੀਆਂ ਵਾਲੇ ਨੇ। ਸਤਿਗੁਰੂ ਕਹਿੰਦੇ, ਤੂੰ ਹੀ ਭੂ ਆਕਾਸ਼ੀ, ਜ਼ਮੀ ਤੂੰ ਹੀ, ਜ਼ਮਾ ਤੂੰ ਹੀ, ਮਕੀ ਤੂੰ ਹੀ, ਮਕਾ ਤੂੰ ਹੀ। ਅਕਾਲ ਪੁਰਖ ਵਾਹਿਗੁਰੂ, ਜ਼ਮੀਨ ਵਿੱਚ ਵੀ ਤੂੰ ਹੀ ਹੈ, ਧਰਤੀ ਵਿੱਚ ਵੀ ਤੂੰ ਹੀ ਹੈ, ਧਰਤੀ ਤੂੰ ਹੀ ਹੈ ਤੇ ਜਮਾ ਤੋਂ ਭਾਵ ਆਕਾਸ਼ ਵੀ ਤੂੰ ਹੀ ਹੈ। ਅੱਗੇ ਸਤਿਗੁਰੂ ਨੇ ਸ਼ਬਦ ਵਰਤੇ, ਨਮੋ ਜਾਲ ਪਾ ਦੇਵ ਦੁਰਗੇ ਭਵਾਨੀ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਨਮੋ ਜਾਲ ਪਾ ਦੇਵ। ਅਕਾਲ ਪੁਰਖ ਵਾਹਿਗੁਰੂ, ਤੇਰੀ ਉਸ ਸ਼ਕਤੀ ਨੂੰ ਨਮਸਕਾਰ ਹੈ ਜਿਹੜੀ ਸਾਰਿਆਂ ਨੂੰ ਬੋਲਣ ਦੀ ਤਾਕਤ ਪਈ ਬਖਸ਼ਦੀ ਹੈ। ਤੇਹੂ ਲੋਕ ਨਵ ਖੰਡ ਮੈਂ ਤੁਮ ਪ੍ਰਧਾਨੀ। ਹੇ ਅਕਾਲ ਪੁਰਖ ਵਾਹਿਗੁਰੂ, ਸੱਚ ਹੈ, ਤੂੰ ਹੀ ਹੈ ਜਿਹੜਾ ਸ਼ਕਤੀ ਸਰੂਪ ਹੋ ਕਰਕੇ, ਆਪਣੀ ਸ਼ਕਤੀ ਦੇ ਵਿੱਚ ਵਰਤ ਕਰਕੇ ਪਰਮਾਤਮਾ ਤਿੰਨਾਂ ਲੋਕਾਂ ਦੇ ਵਿੱਚ ਅਤੇ ਨੌ ਹੀ ਖੰਡ ਜਿਹੜੇ ਨਵਖੰਡ ਨੇ ਉਹਨਾਂ ਦੇ ਵਿੱਚ ਪ੍ਰਧਾਨਗੀ ਕਰ ਰਿਹਾ।
ਤੂੰ ਹੀ ਤਿੰਨਾਂ ਲੋਕਾਂ ਦੇ ਵਿੱਚ ਪ੍ਰਧਾਨ ਹੈ, 9 ਖੰਡਾਂ ਦੇ ਵਿੱਚ ਪ੍ਰਧਾਨ ਹੈ। ਅੱਗੇ ਸ਼ਬਦ ਵਰਤੇ ਨੇ, ਅਟਲ ਛਤਰ ਧਰਣੀ ਤੁਹੀ ਆਦ ਦੇਵੰ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਜੋ ਤੇਰਾ ਛਤਰ ਹੈ, ਭਾਵ ਜੋ ਤੇਰਾ ਰਾਜ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ। ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਸੰਸਾਰ ਦੇ ਰਾਜੇ ਮੁੱਕ ਸਕਦੇ ਨੇ, ਪਰ ਤੇਰਾ ਰਾਜ ਕਦੇ ਖਤਮ ਨਹੀਂ ਹੋ ਸਕਦਾ। ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਅਕਾਲ ਪੁਰਖ ਵਾਹਿਗੁਰੂ ਤੇਰਾ ਛਤਰ, ਤੇਰੇ ਰਾਜ ਦਾ ਛਤਰ ਸਦਾ ਕਾਇਮ ਰਹਿਣ ਵਾਲਾ ਹੈ। ਸਕਲ ਮੁਨ ਜਨਾ ਤੋਹੇ ਨਿਸ ਦਿਨ ਸਰੇਵੰ। ਹੇ ਅਕਾਲ ਪੁਰਖ ਵਾਹਿਗੁਰੂ, ਸਾਰੇ ਮੁਨੀ ਜਨ ਸਾਧੂ ਸੰਤ ਮਹਾਤਮਾ ਦਿਨੇ ਰਾਤ ਤੇਰੀ ਸੇਵਾ ਪਏ ਕਰਦੇ ਨੇ। ਤੁਹੀਂ ਕਾਲ ਅਕਾਲ ਕੀ ਜੋਤ ਛਾਜੈ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਕਾਲ ਵੀ ਤੂੰ ਹੀ ਹੈ, ਅਕਾਲ ਵੀ ਤੂੰ ਹੀ ਹੈ। ਕਾਲ ਨੂੰ ਬਣਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਵੀ ਤੂੰ ਹੀ ਹੈ, ਅਤੇ ਤੇਰੀ ਜੋਤ ਹੀ ਸੰਸਾਰ ਦੇ ਕਣ ਕਣ ਦੇ ਵਿੱਚ ਬਿਰਾਜਮਾਨ ਹੋਈ ਪਈ ਹੈ, ਛਾਈ ਹੋਈ ਹੈ। ਸਦਾ ਜੈ ਸਦਾ ਜੈ ਸਦਾ ਜੈ ਬਿਰਾਜੈ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੀ ਸਦਾ ਹੀ ਜੈ ਹੈ, ਸਦਾ ਹੀ ਜੈ ਹੈ, ਅਤੇ ਤੇਰੀ ਜੈ ਜੈਕਾਰ ਸਦਾ ਸੰਸਾਰ ਦੇ ਤਖਤੇ 'ਤੇ ਕਾਇਮ ਰਹੇਗੀ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੈ ਸਭ ਕੋਈ। ਪਰਮਾਤਮਾ ਤੇਰੀ ਸਾਰੇ ਜੈ ਜੈਕਾਰ ਕਰਦੇ ਆ, ਤੇ ਤੇਰੀ ਜੈ ਜੈਕਾਰ ਸਦਾ ਕਾਇਮ ਰਹੇਗੀ। ਯਹੀ ਦਾਸ ਮੰਗੈ ਕਿਰਪਾ ਸਿੰਧ ਕੀਜੈ। ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰਾ ਦਾਸ ਤੇਰੇ ਕੋਲੋਂ ਇਹੀ ਕਿਰਪਾ ਮੰਗਦਾ ਹਾਂ ਕਿ ਕਿਰਪਾ ਕਰਕੇ ਮੈਨੂੰ ਸੰਸਾਰ ਦੇ ਭਵਸਾਗਰ ਤੋਂ ਪਾਰ ਕਰਾ ਦੇ। ਸੋਇੰ ਬ੍ਰਹਮ ਕੀ ਭਗਤ ਸਰਬਤਰ ਦੀਜੈ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਤੂੰ ਹੀ ਬ੍ਰਹਮ ਸਰੂਪ ਹੋ ਕਰਕੇ ਆਪਣੇ ਭਗਤਾਂ ਨੂੰ, ਆਪਣੇ ਪਿਆਰਿਆਂ ਨੂੰ ਭਗਤੀ ਦੀ ਦਾਤ ਬਖਸ਼ ਰਿਹਾ। ਜੇ ਕੋਈ ਕਵੇ ਨਾ ਮੈਂ ਭਗਤੀ ਕਰਦਾ, ਮਹਾਰਾਜ ਕਹਿੰਦੇ ਝੂਠ ਹੈ। ਅਕਾਲ ਪੁਰਖ ਵਾਹਿਗੁਰੂ ਤੂੰ ਹੀ ਸਵਯੰ ਤੋਂ ਭਾਵ ਸਵਯੰ ਖੁਦ ਹੀ ਪਰਮਾਤਮਾ ਆਪਣੇ ਭਗਤਾਂ ਨੂੰ ਭਗਤੀ ਦੀ ਦਾਤ ਬਖਸ਼ਦਾ ਹੈ। ਤੂੰ ਹੀ ਜਾਗਤੀ ਜੋਤ ਜਵਾਲਾ ਸਰੂਪੰ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਤੇਰੀ ਜਾਗਦੀ ਹੋਈ ਜੋਤ ਸਾਰੇ ਸੰਸਾਰ ਦੇ ਵਿੱਚ ਅਗਨ ਸਰੂਪ ਹੋ ਕਰਕੇ ਪ੍ਰਕਾਸ਼ਮਾਨ ਹੈ। ਜਾਗਦੀ ਜੋਤ ਕੌਣ ਹੈ? ਕਲਗੀਧਰ ਪਾਤਸ਼ਾਹ ਨੇ ਸਪਸ਼ਟ ਕੀਤਾ ਆਪਣੀ ਬਾਣੀ 'ਚ, ਜਾਗਤ ਜੋਤ ਜਪੈ ਨਿਸੁਬਾਸੁਰ, ਏਕ ਬਿਨਾ ਮਨ ਨੈਕ ਨਾਨੈ। ਜਾਗਦੀ ਜੋਤ ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ। ਤੁਹੀ ਜਗ ਸਕਲ ਮਹਿ ਰਮੰਤੀ ਸਰੂਪੰ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਤੂੰ ਹੀ ਹੈ ਜੋ ਜੋਤ ਰੂਪ ਹੋ ਕਰਕੇ ਸਾਰੇ ਸੰਸਾਰ ਦੇ ਵਿੱਚ ਰਮਿਆ ਹੋਇਆ ਹੈ। ਅਤੇ ਸੱਚ ਹੈ ਤੇਰੀ ਉਪਮਾ ਸੰਸਾਰ ਦਾ ਬੰਦਾ ਇਸ ਰਸਨਾ ਦੁਆਰਾ ਉਪਮਾ ਬਿਆਨ ਨਹੀਂ ਕਰ ਸਕਦਾ। ਕਿਆ ਹਉ ਕਥੀ ਕਥੇ ਕਥ ਦੇਖਾਂ, ਮੈਂ ਅਕਥ ਨਾ ਕਥਨਾ ਜਾਈ। ਜੋ ਤੁਧ ਭਾਵੈ ਸੋਈ ਆਖਾਂ, ਤਿਲ ਤੇਰੀ ਵਡਿਆਈ। ਅਤੇ ਅੱਗੇ ਜਿਹੜਾ ਸ਼ਬਦ ਵਰਤਿਆ ਪਿਆਰਿਓ, ਇਹਨੂੰ ਸਮਝੀਏ। ਮਹਾਮੂੜ ਹਉ ਦਾਸਨ ਤਿਹਾਰਾ। ਵੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਗੰਮੀ ਸਿੱਖਿਆ। ਕਲਗੀਧਰ ਪਾਤਸ਼ਾਹ ਨੇ ਕਿਹਾ ਮਹਾਮੂੜ ਹਉ ਦਾਸਨ ਤਿਹਾਰਾ, ਮੈਂ ਮਹਾਮੂਰਖ ਹਾਂ ਅਤੇ ਤੇਰੇ ਦਾਸਾਂ ਦਾ ਵੀ ਦਾਸ ਹਾਂ। ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ, ਜਪਜੀ ਸਾਹਿਬ 'ਚ ਵੀ ਮਹਾਰਾਜ ਨੇ ਕਿਹਾ ਨਾਨਕ ਨੀਚ ਕਹਿ ਵਿਚਾਰ, ਪਰ ਗੁਰੂ ਨਾਨਕ ਸਾਹਿਬ ਨੀਚ ਨਹੀਂ। ਵੇਖੋ ਇਹ ਮਹਾਰਾਜ ਨਿਮਰਤਾ ਸਿਖਾ ਰਹੇ ਨੇ ਪ੍ਰੈਕਟੀਕਲ ਕਰਕੇ, ਕਿ ਭਾਵੇਂ ਜਿਤਨਾ ਮਰਜ਼ੀ ਗਿਆਨ ਹੋਵੇ, ਜਿਤਨਾ ਮਰਜ਼ੀ ਧਿਆਨ ਹੋਵੇ, ਜਪ ਹੋਵੇ, ਤਪ ਹੋਵੇ, ਪਰ ਫਿਰ ਵੀ ਤੂੰ ਆਪਣੇ ਆਪ ਨੂੰ ਮੂਰਖਾਂ ਦੀ ਨਿਆਈ ਸਮਝ। ਹੰਕਾਰ ਨਾ ਕਰ। ਹਮ ਮੂਰਖ ਮੁਗਧ ਸਰਣਾਗਤੀ। ਗੁਰੂ ਰਾਮਦਾਸ ਮਹਾਰਾਜ ਨੇ ਵੀ ਆਪਣੇ ਲਈ ਮੂਰਖ ਸ਼ਬਦ ਵਰਤਿਆ, ਪਰ ਗੁਰੂ ਸਾਹਿਬ ਤੇ ਮੂਰਖ ਨਹੀਂ। ਇਹ ਤੇ ਮਹਾਰਾਜ ਨੇ ਸਾਨੂੰ ਸਿਖਾਇਆ ਵੀ ਤੂੰ ਐਵੇਂ ਚਾਰ ਕੇ ਕਿਤਾਬਾਂ ਦਾ ਹੰਕਾਰ ਕਰਕੇ ਨਾ ਪਰਮਾਤਮਾ ਅੱਗੇ ਬਹਿ ਜਾਵੀਂ, ਬਲਕਿ ਹਮੇਸ਼ਾ ਇਹ ਗੱਲ ਕਵੀਂ ਮਹਾਮੂੜ ਹਉ ਦਾਸਨ ਤਿਹਾਰਾ। ਮੈਂ ਮਹਾਮੂਰਖ ਹਾਂ, ਤੇਰੇ ਦਾਸਾਂ ਦਾ ਵੀ ਦਾਸ ਹਾਂ, ਪਰ ਫਿਰ ਵੀ ਮੈਂ ਮੂਰਖ ਹੀ ਹਾਂ, ਅਤੇ ਤੂੰ ਮੇਰੇ 'ਤੇ ਕਿਰਪਾ ਕਰ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ ਮਾਧੋ। ਹਮ ਐਸੇ ਤੂੰ ਐਸਾ। ਅਸੀਂ ਤਾਂ ਇਹੋ ਜਿਹੀਆਂ ਸੰਸਾਰ ਦੇ ਅਲਪੱਗ ਜੀਵ ਮੂਰਖ ਹਾਂ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਤੇਰੀ ਉਪਮਾ ਬਿਆਨ ਨਹੀਂ ਕਰ ਸਕਦੇ। ਅਸੀਂ ਮੂਰਖ ਹਾਂ, ਤੇਰੇ ਦਾਸਾਂ ਦੇ ਦਾਸ ਹਾਂ, ਤੂੰ ਕਿਰਪਾ ਕਰ। ਪਕੜ ਬਾਂਹ ਭਉ ਜਲ ਕਰੋ ਬੇਗ ਪਾਰਾ। ਕਿਰਪਾ ਕਰ, ਮੇਰੀ ਬਾਂਹ ਪਕੜ ਕੇ ਮੈਨੂੰ ਭਵਸਾਗਰ ਤੋਂ ਪਾਰ ਕਰਾ ਦੇ। ਮੈਨੂੰ ਭਵਸਾਗਰ ਤਰਨਾ ਨਹੀਂ ਆਉਂਦਾ। ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਠਲਾ ਬਾਂਹ ਦੇ।
ਕਿਰਪਾ ਕਰ ਆਪਣੀ ਬਾਂਹ ਦਾ ਆਸਰਾ ਦੇ ਕਰਕੇ ਮੈਨੂੰ ਭਵਸਾਗਰ ਤਰਾ ਦੇ। ਮੈਂ ਸੰਸਾਰ ਦੀ ਦਲਦਲ ਦੇ ਵਿੱਚ ਧੱਸਦਾ ਜਾ ਰਿਹਾ, ਵਿਸ਼ਿਆਂ ਵਕਾਰਾਂ ਵਿੱਚ ਗਲਕਤ ਹੋ ਰਿਹਾ। ਕਿਰਪਾ ਕਰ ਮੈਨੂੰ ਮੂਰਖ ਦੇ ਉੱਤੇ ਕਿਰਪਾ ਕਰਕੇ ਮੈਨੂੰ ਭਵਸਾਗਰ ਪਾਰ ਕਰਾ ਦੇ। ਫਤਿਹ ਡੰਕ ਬਾਜੈ ਕਿਰਪਾਇਓ ਕਰੀਜੈ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਐਸੀ ਕਿਰਪਾ ਕਰ ਕਿ ਸੰਸਾਰ ਦੇ ਤਖਤੇ ਤੇ ਤੇਰੀ ਫਤਿਹ ਦਾ ਡੰਕਾ ਵੱਜਿਆ ਕਰੇ। ਵੇਖੋ ਇਹ ਕਲਗੀਧਰ ਪਾਤਸ਼ਾਹ ਪਰਮਾਤਮਾ ਅੱਗੇ ਵਰ ਮੰਗ ਰਹੇ ਨੇ, ਪਰਮਾਤਮਾ ਕਿਰਪਾ ਕਰ, ਐਸੀ ਕਿਰਪਾ ਕਰਕੇ ਸੰਸਾਰ ਦੇ ਤਖਤੇ ਤੇ ਤੇਰੀ ਫਤਿਹ ਦਾ ਡੰਕਾ ਵੱਜੇ। ਉੱਠ ਗਈ ਸਫਾ ਮਲੇਸ਼ ਕੀ, ਕਰ ਕੂੜਾ ਪਾਸਾਰ, ਡੰਕਾ ਬਾਜਿਆ ਫਤਿਹ ਕਾ, ਨੇਹ ਕਲੰਕ ਅਵਤਾਰ। ਮਲੇਸ਼ਾਂ ਦੀ ਸਫਾ ਉੱਠ ਗਈ ਤੇ ਹੁਣ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨੇਹ ਕਲੰਕ ਅਵਤਾਰ ਦਾ ਫਤਿਹ ਦਾ ਡੰਕਾ ਵੱਜਿਆ। ਸਤਿਗੁਰੂ ਕਹਿੰਦੇ ਕਿਰਪਾ ਕਰ ਸੰਸਾਰ ਤੇ ਤੇਰੀ ਫਤਿਹ ਦਾ ਡੰਕਾ ਵੱਜੇ। ਜਿਹੜਾ ਮਹਾਰਾਜ ਨੇ ਕਿਹਾ ਨਾ ਵਾਹਿਗੁਰੂ ਜੀ ਕੀ ਫਤਿਹ, ਇਹ ਡੰਕਾ ਵਜਾਉਣ ਲਈ ਵੀ ਪਰਮਾਤਮਾ ਤੋਂ ਕਲਗੀਧਰ ਪਾਤਸ਼ਾਹ ਨੇ ਵਰ ਮੰਗਿਆ। ਤੁਰਕ ਹਿੰਦ ਕਾ ਸਕਲ ਝਗੜਾ ਮਿਟਾਊਂ। ਸਤਿਗੁਰੂ ਕਹਿੰਦੇ ਕਿਰਪਾ ਕਰ, ਜਦੋਂ ਤੇਰੀ ਫਤਿਹ ਦਾ ਡੰਕਾ ਸੰਸਾਰ ਤੇ ਵੱਜੇਗਾ ਨਾ, ਸੱਚ ਹੈ ਪ੍ਰਮਾਤਮਾ, ਤੁਰਕ ਅਤੇ ਹਿੰਦੂ ਦੇ ਵਿੱਚ ਜਿਹੜਾ ਨਿੱਤ ਦਾ ਝਗੜਾ ਪੈ ਚੁੱਕਿਆ, ਇਹ ਝਗੜਾ ਮਿਟ ਜਾਵੇਗਾ। ਵੇਖੋ ਅੱਜ ਕੋਈ ਤੁਰਕ ਕਿਸੇ ਉੱਤੇ ਜ਼ੋਰ ਨਹੀਂ ਪਾ ਰਿਹਾ ਕਿ ਤੂੰ ਸਾਡੇ ਧਰਮ ਨੂੰ ਕਬੂਲ ਕਰ। ਸਤਿਗੁਰੂ ਨੇ ਕਿਹਾ ਜਦੋਂ ਤੇਰੀ ਫਤਿਹ ਦਾ ਡੰਕਾ ਵੱਜਿਆ ਪਰਮਾਤਮਾ, ਇਹ ਝਗੜਾ ਹੀ ਮਿਟ ਜਾਵੇਗਾ। ਕਲਗੀਧਰ ਪਾਤਸ਼ਾਹ ਨੇ ਝਗੜਾ ਮੁਕਾ ਦਿੱਤਾ। ਅੱਜ ਹਰ ਇੱਕ ਇਨਸਾਨ ਆਪਣੇ ਧਰਮ ਦੀ ਮਰਿਆਦਾ ਦੀ ਪਾਲਣਾ ਕਰਕੇ, ਆਪਣੇ ਧਰਮ ਦੀ ਮਰਿਆਦਾ ਦੀ ਪਾਲਣਾ ਕਰਕੇ ਖੁਸ਼ੀ ਆਪਣੇ ਜੀਵਨ ਨੂੰ ਬਤੀਤ ਕਰ ਸਕਦਾ। ਇਹ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ। ਇਹ ਦੇਸ਼ ਨਾ ਹੋਤਾ ਅਗਰ ਪਿਤਾ ਦਸ਼ਮੇਸ਼ ਨਾ ਹੋਤਾ। ਅੱਜ ਲਾਲ ਕਿਲੇ ਤੇ ਤਿਰੰਗਾ ਤਾਂ ਹੀ ਝੁਲਦਾ ਜੇ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਰਪਾ ਕੀਤੀ। ਅੱਜ ਮੰਦਰਾਂ ਦੇ ਵਿੱਚ ਟੱਲੀਆਂ ਤਾਂ ਖੜਕਦੀਆਂ ਜੇ ਕਲਗੀਧਰ ਨੇ ਕਿਰਪਾ ਕੀਤੀ। ਪਿਆਰ ਵਾਲਿਓ, ਮਹਾਰਾਜ ਕਹਿੰਦੇ ਤੁਰਕ ਹਿੰਦ ਕਾ ਸਕਲ ਝਗੜਾ ਮਿਟਾਊਂ। ਤੁਰਕ ਅਤੇ ਹਿੰਦੂ ਦੇ ਵਿੱਚ ਹੋ ਰਿਹਾ ਝਗੜਾ ਮਿਟ ਜਾਵੇਗਾ ਜਦੋਂ ਤੇਰੀ ਫਤਿਹ ਦਾ ਡੰਕਾ ਵੱਜਿਆ। ਪਰ ਮਿਟੇਗਾ ਕਿਵੇਂ? ਉਹ ਅੱਗੇ ਸਤਿਗੁਰੂ ਕਹਿੰਦੇ ਨੇ, ਅਗਮ ਸੂਰ ਬੀਰੇ ਉਠੇ ਸਿੰਘ ਜੋਧਾ। ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਤੇਰੀ ਕਿਰਪਾ ਦੇ ਨਾਲ ਮੇਰੀ ਸ਼ਮਸ਼ੀਰ ਦੇ ਵਿੱਚੋਂ ਐਸੇ ਸੂਰਬੀਰ ਯੋਧੇ ਪ੍ਰਗਟ ਹੋਣਗੇ ਜਿਹੜੇ ਕਿ ਪਕੜ ਤੁਰਕ ਗਣ ਕੋ ਕਰੈ ਵੈ ਨਿਰੋਧਾ। ਜਿਹੜੇ ਜ਼ੁਲਮ ਕਰ ਰਹੇ ਤੁਰਕਾਂ ਨੂੰ ਪਕੜ ਕੇ ਸੋਧਾ ਲਾ ਦਿਆ ਕਰਨਗੇ, ਉਹਨਾਂ ਨੂੰ ਬਲਹੀਣ ਕਰ ਦਿਆ ਕਰਨਗੇ। ਜਿਹੜੇ ਤੁਰਕਾਂ ਨੂੰ ਆਪਣੇ ਬਲ ਤੇ ਬੜਾ ਗੁਮਾਨ ਹੈ, ਤਾਕਤ ਤੇ ਗੁਮਾਨ ਹੈ, ਇਹ ਸੂਰਬੀਰ ਯੋਧੇ ਉਹਨਾਂ ਦੇ ਤਾਕਤ ਨੂੰ ਖਤਮ ਕਰ ਦੇਣਗੇ, ਬਲਹੀਣ ਕਰ ਦੇਣਗੇ। ਕਿਵੇਂ ਕਰਨਗੇ? ਸਿੰਘ ਯੋਧੇ ਕਿਵੇਂ ਉੱਠਣਗੇ? ਪਰਮਾਤਮਾ ਦੀ ਫਤਿਹ ਦਾ ਡੰਕਾ ਕਿਵੇਂ ਵੱਜੇਗਾ? ਕਲਗੀਆਂ ਵਾਲੇ ਕਹਿ ਰਹੇ ਨੇ, ਸਕਲ ਜਗਤ ਮੋਹ ਖਾਲਸਾ ਪੰਥ ਗਾਜੈ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੀ ਕਿਰਪਾ ਦੇ ਨਾਲ ਸੰਸਾਰ ਤੇ ਖਾਲਸਾ ਪੰਥ ਗੱਜੇਗਾ। ਪਿਆਰ ਵਾਲਿਓ, ਇਹ ਬਾਣੀ ਖਾਲਸੇ ਦੀ ਹੈ, ਇਹਨੂੰ ਪਚਾ ਵੀ ਗੁਰੂ ਕੇ ਖਾਲਸੇ ਹੀ ਸਕਦੇ ਨੇ। ਇਹ ਬਾਣੀ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਬਖਸ਼ੀ ਹੈ। ਮਹਾਰਾਜ ਕਹਿੰਦੇ ਪਰਮਾਤਮਾ ਤੇਰੀ ਕਿਰਪਾ ਦੇ ਨਾਲ ਸੰਸਾਰ ਦੇ ਤਖਤੇ ਦੇ ਉੱਤੇ ਖਾਲਸਾ ਪੰਥ ਗੱਜੇਗਾ। ਤੇ ਜਦੋਂ ਖਾਲਸਾ ਪੰਥ ਗੱਜਿਆ, ਜਗੇ ਧਰਮ ਹਿੰਦੁਕ ਤੁਰਕਨ ਧੁੰਦ ਭਾਜੈ। ਖਾਲਸਾ ਜੀ, ਉਦੋਂ ਜ਼ੁਲਮ ਹਿੰਦੂ ਤੇ ਹੋ ਰਿਹਾ ਸੀ ਤੇ ਮਹਾਰਾਜ ਕਹਿੰਦੇ ਜਦੋਂ ਖਾਲਸਾ ਪੰਥ ਗੱਜਿਆ, ਫਿਰ ਹਿੰਦੂ ਆਪਣੇ ਧਰਮ ਦੇ ਵਿੱਚ ਰਹਿ ਕਰਕੇ ਆਪਣੀ ਧਰਮ ਦੀ ਮਰਿਆਦਾ ਦੀ ਪਾਲਣਾ ਕਰ ਸਕੇਗਾ। ਵੇਖੋ, ਕਲਗੀਆਂ ਵਾਲੇ ਦਾ ਕਿਸੇ ਧਰਮ ਦੇ ਨਾਲ ਵਿਤਕਰਾ ਨਹੀਂ, ਵੈਰ ਵਿਰੋਧ ਨਹੀਂ। ਜੇ ਸਨਾਤਨ ਤੇ ਜ਼ੁਲਮ ਹੋਇਆ, ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਸ਼ਮਸ਼ੀਰ ਉਠਾਈ। ਜੇ ਕਿਸੇ ਹੋਰ ਤੇ ਵੀ ਜ਼ੁਲਮ ਹੋਵੇਗਾ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੀ ਸ਼ਮਸ਼ੀਰ ਖਾਲਸੇ ਦੇ ਰੂਪ ਦੇ ਵਿੱਚ ਜ਼ਰੂਰ ਚੁੱਕਣੀ ਹੈ। ਮਹਾਰਾਜ ਕਹਿੰਦੇ ਜਦੋਂ ਖਾਲਸਾ ਪੰਥ ਗੱਜੇਗਾ ਤੇ ਸਤਿਗੁਰੂ ਪਰਮਾਤਮਾ ਨੂੰ ਕਹਿ ਰਹੇ ਨੇ ਕਿ ਜਦੋਂ ਖਾਲਸਾ ਪੰਥ ਗੱਜੇਗਾ, ਹੇ ਅਕਾਲ ਪੁਰਖ ਵਾਹਿਗੁਰੂ, ਹਿੰਦੂ ਆਪਣੇ ਧਰਮ ਦੀ ਮਰਿਆਦਾ ਦੀ ਪਾਲਣਾ ਕਰ ਸਕੇਗਾ। ਕਿਵੇਂ? ਕਿਉਂਕਿ ਸਤਿਗੁਰੂ ਨੇ ਸ਼ਬਦ ਵਰਤੇ, ਕਿਵੇਂ? ਜਪੋ ਜਾਪ ਏਕ ਹੈ ਹਰੇ ਹਰ ਅਕਾਲੰ। ਕਹਿੰਦੇ ਸੰਸਾਰ ਦੇ ਤਖਤੇ ਤੇ ਖਾਲਸਾ ਪੰਥ ਜਦੋਂ ਗੱਜੇਗਾ, ਉਦੋਂ ਫਿਰ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਤੇਰੇ ਨਾਮ ਦਾ ਹੋਕਾ ਦਿੱਤਾ ਜਾਵੇਗਾ। ਹਰੇ ਹਰ ਅਕਾਲੰ, ਇੱਕ ਅਕਾਲ ਪੁਰਖ ਵਾਹਿਗੁਰੂ ਦਾ, ਇੱਕ ਓੰਕਾਰ ਦਾ ਹੋਕਾ ਦਿੱਤਾ ਜਾਵੇਗਾ। ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹਨ ਜੇ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇ। ਪ੍ਰਮਾਤਮਾ ਤੇਰੇ ਨਾਮ ਦਾ ਹੋਕਾ ਦਿੱਤਾ ਜਾਵੇਗਾ। ਅਕਾਲ
ਅਕਾਲ ਗੁਰਬਰ ਅਕਾਲ ਦੇ ਜਾਪ ਕੀਤੇ ਜਾਣਗੇ। ਹਵੈ ਤਬ ਦੁਨੀਆ ਸਭ ਛਿਨਕ ਮੈਂ ਨਿਹਾਲੰ। ਤੇ ਜਦੋਂ ਅਕਾਲ ਗੁਰਬਰ ਅਕਾਲ ਦੇ ਜਾਪ ਕੀਤੇ ਗਏ ਤੇ ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਕੁੱਲ ਕਾਇਨਾਤ ਨਿਹਾਲ ਹੋਵੇਗੀ। ਸੁਣੋ ਤੁਮ ਭਵਾਨੀ ਹਮਨ ਕੀ ਪੁਕਾਰੇ। ਭਵਾਨੀ ਤੋਂ ਭਾਵ ਖਾਲਸਾ ਜੀ ਪਰਮਾਤਮਾ ਦੀ ਆਦਿ ਸ਼ਕਤੀ, ਪਰਮਾਤਮਾ ਦੀ ਉਹ ਸ਼ਕਤੀ ਜਿਹਨੇ ਸੰਸਾਰ ਦੀ ਉਤਪਤੀ ਕੀਤੀ, ਉਹਨੂੰ ਹੀ ਭਵਾਨੀ ਕਿਹਾ ਗਿਆ। ਜਿਵੇਂ ਕਲਗੀਆਂ ਵਾਲੇ ਜੀ ਦੇ ਬੋਲ ਨੇ, ਸੁਣੋ ਸੋਈ ਭਵਾਨੀ ਨਾਮ ਕਹਾਈ, ਜਿਨ ਇਹ ਸਗਰੀ ਸ੍ਰਿਸ਼ਟ ਉਪਾਈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਆਦਿ ਸ਼ਕਤੀ ਨੂੰ ਹੀ ਭਵਾਨੀ ਸ਼ਬਦ ਦਿੱਤਾ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਦੀ ਆਦਿ ਸ਼ਕਤੀ ਭਵਾਨੀ, ਮੇਰੀ ਇੱਕ ਪੁਕਾਰ ਸੁਣਨਾ ਕਰ, ਮੇਰੀ ਇੱਕ ਬੇਨਤੀ ਸੁਣਨਾ ਕਰ। ਕੀ ਕਰਹੋ ਦਾਸ ਪਰ ਮੇਹਰ ਅਪਰੰਗ ਅਪਾਰੇ, ਕਿ ਆਪਣੇ ਦਾਸ ਦੇ ਉੱਤੇ ਇੱਕ ਅਪਾਰ ਬਖਸ਼ਿਸ਼ ਕਰ, ਰਹਿਮਤ ਕਰ, ਕਿਰਪਾ ਕਰ। ਦੋਹਰਾ ਦਵਾਰ ਤੁਮਾਰੇ ਠਾੜ ਹੋ, ਇੱਕ ਬਰ ਦੀਜੈ ਮੋਹੇ। ਹੇ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੇ ਦੁਆਰੇ ਖੜਾ ਹਾਂ, ਇੱਕ ਵਾਰ ਮੈਨੂੰ ਕਿਰਪਾ ਕਰਕੇ ਇੱਕ ਵਰ ਦੇਣਾ ਕਰ। ਪੰਥ ਚਲੈ ਤਬ ਜਗਤ ਮੈਂ, ਦੁਸ਼ਟ ਖਪਾਵੋ ਤੋਹੇ। ਕਿ ਵਾਹਿਗੁਰੂ ਸੰਸਾਰ ਦੇ ਤਖਤੇ 'ਤੇ ਖਾਲਸਾ ਪੰਥ ਪ੍ਰਗਟ ਤਾਂ ਹੀ ਹੋਵੇਗਾ, ਸੰਸਾਰ ਦੇ ਤਖਤੇ 'ਤੇ ਖਾਲਸਾ ਪੰਥ ਤਾਂ ਹੀ ਗੱਜੇਗਾ ਜੇ ਤੂੰ ਸਾਰੇ ਦੁਸ਼ਟਾਂ ਦਾ ਨਾਸ਼ ਕਰੇਗਾ। ਵੇਖੋ ਕਲਗੀਧਰ ਪਾਤਸ਼ਾਹ ਸੂਰਬੀਰ ਯੋਧੇ ਖੁਦ ਖੁਦਾ ਨੇ, ਮਹਾਬਲੀ ਤਪਸਵੀ ਨੇ, ਫਿਰ ਵੀ ਇੱਕ ਅਗੰਮੀ ਸਿੱਖਿਆ ਦਿੱਤੀ ਕਿ ਗੁਰੂ ਕਿਆ ਸਿੱਖਾ, ਤਾਣ ਹੁੰਦੇ ਹੋਏ ਨ ਤਾਣਾ। ਜਿੰਨਾ ਮਰਜ਼ੀ ਤਾਣ ਹੋਵੇ ਫਿਰ ਵੀ ਤੂੰ ਪਰਮਾਤਮਾ ਦੇ ਚਰਨਾਂ 'ਤੇ ਢਹਿ ਕੇ ਇਹ ਕਹਿ ਕਿ ਮੈਂ ਕੁਝ ਵੀ ਨਹੀਂ ਕਰ ਸਕਦਾ, ਸਭ ਕੁਝ ਕਰਨ ਵਾਲਾ ਤੂੰ ਹੀ ਹੈ। ਕਬੀਰ ਨਾ ਹਮ ਕੀਆ ਨਾ ਕਰ ਸਕੇਂਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਅਕਾਲ ਪੁਰਖ ਵਾਹਿਗੁਰੂ ਤੇ ਕਿਰਪਾ ਕਰ, ਮੈਂ ਤੇਰੇ ਦੁਆਰੇ ਖੜਾ ਹਾਂ, ਮੇਰੇ 'ਤੇ ਕਿਰਪਾ ਕਰਕੇ ਇੱਕ ਵਾਰ ਦੇ। ਸੰਸਾਰ ਦੇ ਤਖਤੇ ਦੇ ਉੱਤੇ ਇਹ ਖਾਲਸਾ ਪੰਥ ਤਾਂ ਹੀ ਗੱਜੇਗਾ, ਖਾਲਸਾ ਪੰਥ ਤਾਂ ਹੀ ਚੱਲੇਗਾ ਜੇ ਤੂੰ ਸਾਰੇ ਦੁਸ਼ਟਾਂ ਦਾ ਨਾਸ਼ ਕਰੇਂਗਾ। ਸੋ ਖਾਲਸਾ ਜਿੱਥੇ ਇਸ ਪਾਵਨ ਪਵਿੱਤਰ ਬਾਣੀ ਦੇ ਪਹਿਲੇ ਛੰਦ ਦੇ ਵਿਚਾਰ ਦੀ ਸਮਾਪਤੀ ਹੁੰਦੀ ਹੈ। ਅਗਲੇ ਛੰਦਾਂ ਦੀ ਵਿਚਾਰ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ। ਸਤਿਗੁਰੂ ਦੀ ਬਾਣੀ ਅਗਾਧ ਬੋਧ ਹੈ, ਸਤਿਗੁਰੂ ਦੀ ਬਾਣੀ ਦੇ ਅਰਥਾਂ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ, ਪਰ ਜਿੰਨੀ ਕਿ ਦਾਸ ਦੀ ਤੁਛ ਬੁੱਧੀ ਹੈ, ਉਸ ਤੁਛ ਬੁੱਧੀ ਅਨੁਸਾਰ ਆਪ ਜੀ ਨਾਲ ਵਿਚਾਰ ਸਾਂਝੀ ਕੀਤੀ ਹੈ। ਆਪ ਸਭ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਦੇਣਾ। ਇੱਥੇ ਹੀ ਫਤਿਹ ਅਰਜ਼ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।